ਸੋ ਅਸੀਂ ਜਿਹੜਾ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ। ਜਿਹੜਾ ਗੋਲੀ ਕਾਂਡ ਵਾਪਰਿਆ ਇਹਦੇ ਮਾਸਟਰਮਾਈਂਡ ਸੁਮੇਧ ਸੈਣੀ ਤੇ ਸੁਖਬੀਰ ਬਾਦਲ ਨੇ। ਉੱਥੇ ਮੁਸਲਮਾਨ ਵੀ ਆਏ, ਸਾਡੇ ਹਿੰਦੂ ਭਰਾ ਵੀ ਆਏ। ਕੋਟਕਪੂਰੇ ਚੌਂਕ ਦੇ ਵਿੱਚ ਸ਼ਾਂਤਮਈ ਜਦੋਂ ਸੰਘਰਸ਼ ਆਰੰਭਿਆ, ਉੱਥੇ ਬਾਦਲ ਕਿਆਂ ਨੇ ਮਤਲਬ ਜਰਨਲ ਡਾਇਰ ਬਣ ਕੇ ਕੋਟਕਪੂਰੇ ਦੇ ਚੌਂਕ ਨੂੰ ਜਲਿਆਂਵਾਲਾ ਬਾਗ ਬਣਾ ਕੇ ਸਾਡੇ ਬੇਅੰਤ ਨੌਜਵਾਨਾਂ ਦੇ ਉੱਤੇ ਤਸ਼ੱਦਦ ਢਾਇਆ। ਬਾਦਲ ਕਿਆਂ ਦੀ ਪੁਲਿਸ ਨੇ ਚੱਲਦੇ ਦੀਵਾਨਾਂ ਵਿੱਚ ਪਹੁੰਚ ਕੇ ਵੀ ਰੋਕਣ ਦੇ ਯਤਨ ਕੀਤੇ। ਮੈਂ ਉਦਾਹਰਨ ਦਿੰਨਾ, ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪੱਕਾ ਕਲਾਂ, ਤਾਂ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਯਕਦਮ ਉੱਥੇ ਅੰਦਰ ਐਂਟਰੀ ਕਰਦਾ ਕਿ ਤੂੰ ਰਾਮ ਰਹੀਮ ਦਾ ਨਾਂ ਕਿਉਂ ਲੈ ਦਿੱਤਾ। ਪ੍ਰਦੀਪ ਸਿੰਘ SHO ਉਹ ਜਦੋਂ ਮੈਂ ਮਚਾਕੀ ਪਿੰਡ ਦੇ ਵਿੱਚ ਸਮਾਗਮ ਕਰਕੇ ਆਪਣੀ ਗੱਡੀ ਵਿੱਚ ਬੈਠ ਕੇ ਜਾਣ ਲੱਗਦਾ ਤਾਂ ਉਸ ਵਕਤ ਉਹ ਕਹਿੰਦਾ ਕਿ ਤੁਸੀਂ ਸਾਡੇ ਇਲਾਕੇ ਵਿੱਚ ਵੜ ਕੇ ਦਿਖਾਇਓ ਮੁੜ ਕੇ। ਕਮਾਲ ਕਰ ਹੁਣ ਆਇਓ, ਫਿਰ ਮੇਰੇ ਕਿਤੇ ਲਾਇਓ ਤਾਂ ਤੁਸੀਂ ਬੋਲਿਓ ਗੱਲ ਤਾਂ ਫਿਰ ਮੈਂ ਦੱਸੂਗਾ ਤੁਹਾਨੂੰ। ਮੈਂ ਕਹਿੰਦਾ ਵੀ ਇਹ ਕੌਮ ਦੀ ਜਵਾਨੀ ਕੌਮ ਦੇ ਮੂੰਹ ਵਿੱਚ ਬਾਦਲਾਂ ਨੇ ਪਾਤੀ ਸੀ। ਜਲਾਦਾਂ ਵਾਲਾ ਰੋਲ ਜਿਹੜਾ ਨਿਭਾ ਰਹੇ ਸੀ। ਤੁਸੀਂ ਮੌਕੇ ਦੀ ਸਰਕਾਰ ਦੇ ਖਿਲਾਫ ਬੋਲਦੇ ਹੋ, ਪਹਿਲਾਂ ਦੀ ਸਰਕਾਰ ਬਾਦਲ ਉਹਨਾਂ ਦੇ ਖਿਲਾਫ ਬੋਲਦੇ ਹੋ, ਹਰ ਦੇ ਖਿਲਾਫ ਬੋਲਦੇ ਹੋ, ਡਰਦੇ ਤੁਸੀਂ ਨਹੀਂ। ਤੁਹਾਨੂੰ ਰੱਖਿਆ ਕੌਣ ਕਰ ਰਿਹਾ ਤੁਹਾਡੀ? ਸਤਿ ਸ਼੍ਰੀ ਅਕਾਲ ਜੀ, ਹਮਦਰ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ ਇੰਨੀ ਦਿਨੀ ਡੇਰਾ ਮੁਖੀ ਰਾਮ ਰਹੀਮ ਨੂੰ SIT ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਉਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ। ਪਰ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਦੌਰਾਨ ਆਪਾਂ ਪਿੱਛੇ ਜਾਈਏ ਤਾਂ ਜੂਨ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਨੇ। ਉਹੀ ਸਰੂਪਾਂ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਹੈ। ਬੇਅਦਬੀ ਕਿਉਂ ਹੁੰਦੀ ਹੈ, ਇਹ ਸਾਰਾ ਮਾਮਲਾ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਉਹਨਾਂ ਨਾਲ ਜੁੜਿਆ। ਉਹਨਾਂ ਦਾ ਨਾਮ ਵਿਧਾਨ ਸਭਾ 'ਚ ਵੀ ਗੂੰਜਦਾ ਹੈ ਕਿਉਂਕਿ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਤੇ ਹੋਰ ਕਈ ਪਿੰਡਾਂ ਦੇ ਵਿੱਚ ਆਪਣੇ ਦੀਵਾਨ ਸਜਾਏ ਸਨ ਸਿੱਖੀ ਦੇ ਪ੍ਰਚਾਰ ਲਈ। ਬਹੁਤ ਸਾਰੇ ਡੇਰਾ ਪ੍ਰੇਮੀ ਜਿਹੜੇ ਸੀ ਉਹਨਾਂ ਨੇ ਆਪਣੇ ਲੋਕਟ ਉਤਾਰੇ ਤੇ ਸਿੱਟ ਦਿੱਤੇ, ਜਿਸ ਤਹਿਤ ਭਾਈ ਹਰਜਿੰਦਰ ਸਿੰਘ ਮਾਝੀ ਉਹਨਾਂ ਨਾਲ ਉਸ ਡੇਰਾ ਪ੍ਰੇਮੀ ਰੰਜਿਸ਼ ਰੱਖਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ ਬੇਅਦਬੀ ਕੀਤੀ। ਅਸਲ ਮਾਮਲਾ ਕੀ ਸੀ? ਹੁਣ ਡੇਰਾ ਮੁਖੀ ਨੂੰ ਇਸ ਮਾਮਲੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਸਬੰਧ ਦੇ ਵਿੱਚ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਪੂਰਾ ਮਾਮਲਾ ਕੀ ਸੀ, ਇਸ ਜਾਣਨ ਲਈ ਅਸੀਂ ਪਹੁੰਚੇ ਹਾਂ ਭਾਈ ਹਰਜਿੰਦਰ ਸਿੰਘ ਮਾਝੀ ਜੀ ਕੋਲ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਹਮਦਰ ਟੀਵੀ ਤੇ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਮੇਰੇ ਵੱਲੋਂ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਤੁਹਾਡਾ ਨਾਮ ਲਿਆ ਜਾਂਦਾ ਹੈ, ਕਹਿੰਦੇ ਭਾਈ ਹਰਜਿੰਦਰ ਸਿੰਘ ਮਾਝੀ ਹੋਣਾ ਨੇ ਉਹਨਾਂ ਪਿੰਡਾਂ ਦੇ ਵਿੱਚ 2015 ਦੇ ਲਗਭਗ ਜਿਹੜੇ ਦੀਵਾਨ ਸਜਾਏ ਸੀ ਸਿੱਖੀ ਦੇ ਪ੍ਰਚਾਰ ਲਈ, ਪ੍ਰਚਾਰ ਕਰ ਰਹੇ ਸੀ, ਪਰ ਉਸ ਤੋਂ ਬਾਅਦ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਇਹ ਮਾਮਲਾ ਕੀ ਸੀ? ਕੌਣ ਲੋਕ ਸੀ ਜਿਨ੍ਹਾਂ ਨੇ ਲੋਕਟ ਉਤਾਰੇ ਸੀ? ਕਿੰਨੇ ਕੁ ਲੋਕ ਸੀ? ਕੌਣ ਲੋਕ ਸੀ ਜਿਹੜੇ ਤੁਹਾਡੇ ਨਾਲ ਰੰਜਿਸ਼ ਰੱਖਦੇ ਸੀ? ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੁੰਦੀ ਹੈ? ਇਹ ਜੀ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਬਹਿਸ ਹੋਈ ਹੈ ਵਿਧਾਨ ਸਭਾ ਦੇ ਵਿੱਚ, ਉਸ ਵਕਤ ਸਰਦਾਰ HS ਫੂਲਕਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ, ਜਾਂ ਹੁਣ ਸਿੱਟ ਨੇ ਜਿਹੜੀ ਚਾਰਜ ਸੀਟ ਤਿਆਰ ਕੀਤੀ ਹੈ ਉਹਦੇ ਵਿੱਚ ਇਹ ਜ਼ਿਕਰ ਹੈਗਾ, ਰਣਵੀਰ ਸਿੰਘ ਖੱਟੜਾ ਹੋਰਾਂ ਨੇ ਕੀਤਾ ਕਿ ਮਤਲਬ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ ਜਦੋਂ ਦੀਵਾਨ ਲੱਗਿਆ ਜੀ। ਵੈਸੇ ਮੈਂ ਦੱਸਣਾ ਚਾਹੁੰਦਾ ਕਿ ਦੀਵਾਨ ਜਿਹੜੇ ਸੀ ਉਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ 50 ਤੋਂ ਲੈ ਕੇ 70-65 ਦੀਵਾਨ ਜਿਹੜੇ ਇੱਕ ਮਹੀਨੇ ਵਿੱਚ ਹੁੰਦੇ ਸੀ ਜੀ। 2-2, 3-3 ਦੀਵਾਨ ਲੱਗਦੇ ਸੀ। ਔਰ ਫਰੀਦਕੋਟ, ਮਾਨਸਾ, ਬਠਿੰਡਾ, ਬਰਨਾਲਾ, ਇਹ ਜਿਹੜਾ ਇਲਾਕਾ ਸੌਦਾ ਸਾਧ ਦਾ ਖਾਸ ਗੜ੍ਹ ਹੈ, ਇਸ ਇਲਾਕੇ ਵਿੱਚ ਇੱਕ ਐਸੀ ਲਹਿਰ ਚੱਲੀ। ਇਹਦੇ ਵਿੱਚ ਬੰਦੇ ਦੀ ਗੱਲ ਨਹੀਂ ਹੈ ਕੋਈ ਵੀ, ਮੇਰੇ 'ਚ ਕੋਈ ਬਹੁਤ ਵੱਡੀ ਕਲਾ ਸੀਗੀ ਮੈਂ ਸਪਸ਼ਟ ਕਹਾਂ ਵੀ ਮੈਂ ਕਿਸੇ ਨੂੰ ਲੋਕਟ ਉਤਾਰ ਸਕਦਾ ਕਿਸੇ ਦਾ ਜੀਵਨ। ਸਾਡੇ ਕੋਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸਾਡੇ ਕੋਲੇ ਵਿਲੱਖਣ ਸਿੱਖ ਇਤਿਹਾਸ ਹੈ। ਜਦੋਂ ਅਸੀਂ ਅਮੀਰ ਸਿੱਖ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਹੀ ਭੈਣ ਭਰਾ ਜਿਹੜੇ ਭੁਲੇਖੇ ਵਿੱਚ ਗਏ ਹੁੰਦੇ ਨੇ, ਕਿਸੇ ਪਾਸੇ ਉਲਝੇ ਹੁੰਦੇ ਨੇ, ਤਾਂ ਉਹ ਧੜਾ ਧੜ ਸਿੱਖੀ ਵਿੱਚ ਸ਼ਾਮਲ ਹੁੰਦੇ ਨੇ, ਛਾਲਾਂ ਮਾਰ ਮਾਰ ਕੇ ਆਉਂਦੇ ਨੇ। ਮਤਲਬ ਇਹ ਗੁਰੂ ਦੀ ਬਖਸ਼ਿਸ਼ ਸੀਗੀ ਕਿ ਜਿਹੜੀ ਇੱਕ ਲਹਿਰ ਚੱਲੀ ਵੱਖ-ਵੱਖ ਪਿੰਡਾਂ ਦੇ ਵਿੱਚ, ਇਹ ਇਸ ਤਰ੍ਹਾਂ ਦਾ ਮਾਹੌਲ ਬਣਿਆ। ਇਕੱਲੇ ਲੋਕਟ ਨਹੀਂ, ਧਾਗੇ, ਤਵੀਤ, ਹੋਰ ਵੀ ਜਿਹੜੇ ਮਨਮਤ ਥਾਵਾਂ 'ਤੇ ਜਾਂਦੇ ਸੀ ਲੋਕ, ਆਪ ਮੁਹਾਰੇ ਇੱਧਰ ਨੂੰ ਆਉਣ ਲੱਗੇ। ਤਾਂ ਇਸੇ ਲੜੀ ਤਹਿਤ ਜਦੋਂ ਮਾਰਚ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਦੀਵਾਨ ਲੱਗੇ, ਉੱਥੇ ਵੀ ਵੱਡੀ ਗਿਣਤੀ ਵਿੱਚ ਪ੍ਰੇਮੀਆਂ ਨੇ ਆਪਣੇ ਲੋਕਟ ਉਤਾਰ ਕੇ ਸੁੱਟ ਦਿੱਤੇ। ਜਿਹੜਾ ਕਿ ਮੈਨੂੰ ਤਾਂ ਬਾਅਦ 'ਚ ਪ੍ਰਬੰਧਕ ਦੱਸਦੇ ਆ ਕਿ ਜਦੋਂ ਅਸੀਂ ਦਰੀਆਂ ਇਕੱਠੀਆਂ ਕੀਤੀਆਂ ਉਦੋਂ ਬੜੇ ਲੋਕਟ ਲੱਭੇ। ਤਾਂ ਉਸ ਵਕਤ ਇਹਨਾਂ ਨੇ ਪਲੈਨਿੰਗ ਬਣਾਈ, ਕਿਉਂਕਿ ਜਦੋਂ ਐਡਾ ਵੱਡਾ ਕੰਮ ਹੋਇਆ
ਤਾਂ ਇਹਦੇ ਨਾਲ ਹੁਣ ਜਿਹੜਾ ਸਿੱਟ ਨੇ ਗੁਰਮੀਤ ਰਾਮ ਰਹੀਮ ਦਾ ਨਾਮ ਵੀ ਨਾਮਜ਼ਦ ਕਰ ਲਿਆ, ਤਾਂ ਮੈਨੂੰ ਲੱਗਦਾ ਕਿ ਅੰਦਰੋਂ ਇਹ ਪੂਰਾ ਹੱਲ ਗਿਆ ਸੀਗਾ। ਗੁਰਮੀਤ ਰਾਮ ਰਹੀਮ ਜਿਹੜਾ ਇਹਦਾ ਗੜ੍ਹ ਹੈ ਉਹ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਢਹਿ ਢੇਰੀ ਹੋ ਰਿਹਾ ਸੀ ਦਿਨ ਪ੍ਰਤੀ ਦਿਨ। ਫਿਰ ਇਹਨਾਂ ਨੇ ਬਹੁਤ ਘਟੀਆ ਮਨਸੂਬੇ ਬਣਾਏ, ਜਿਹਦਾ ਜ਼ਿਕਰ ਵਿਧਾਨ ਸਭਾ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੋਇਆ ਹੈ। ਕਦੇ ਮਾਰਨ ਦੀਆਂ ਪਲੈਨਿੰਗਾਂ ਬਣਾਈਆਂ, ਮਾਰਚ ਦੇ ਵਿੱਚ ਇਸ ਕਿਸਮ ਦੀਆਂ ਪਲੈਨਿੰਗਾਂ, ਤੇ ਇਹ ਮਤਲਬ ਮਾਰਚ 'ਚ ਦੀਵਾਨ ਲੱਗੇ। ਅਪ੍ਰੈਲ ਮਈ ਜੂਨ ਦੇ ਵਿੱਚ ਮੈਂ ਕੈਨੇਡਾ ਦੇ ਵਿੱਚ ਪ੍ਰਚਾਰ ਦੌਰੇ ਦੌਰਾਨ ਸੀਗਾ, ਤਾਂ ਜੂਨ ਦੇ 1 ਜੂਨ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਾਵਨ ਸਰੂਪ ਜਿਹੜਾ ਚੋਰੀ ਕੀਤਾ ਬੁਰਜਵਾਰ ਸਿੰਘ ਵਾਲੇ ਤੋਂ। ਇਸ ਤਰ੍ਹਾਂ ਇਹ ਸਾਰਾ ਘਟਨਾਕ੍ਰਮ ਹੋਇਆ। ਔਰ ਉਸ ਤੋਂ ਬਾਅਦ ਜਿਹੜਾ ਸੀਗਾ ਫਿਰ ਚੈਲੰਜ ਕੀਤਾ ਗਿਆ, ਮੇਰੇ ਕੋਲ ਪੋਸਟਰ ਨੇ। ਸਰੂਪ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਚੈਲੰਜ ਕਰਕੇ ਆ ਪੋਸਟਰ ਲਾਏ, ਜਿਹਦੇ ਵਿੱਚ ਬੜੀ ਭੱਦੀ ਸ਼ਬਦਾਵਲੀ ਲਿਖੀ ਗਈ। ਤਾਂ ਉਹ ਇਹ ਪੋਸਟਰ ਲਾ ਕੇ ਚੈਲੰਜ ਕਰਕੇ ਇਹਨਾਂ ਲੋਕਾਂ ਨੇ ਜਿਹੜਾ ਸੀਗਾ ਫਿਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ਜਿਹੜੇ ਨੇ ਉਹ ਗਲੀਆਂ ਦੇ ਵਿੱਚ ਖਿਲਾਰੇ ਗਏ। ਤਾਂ ਉਸ ਤੋਂ ਬਾਅਦ ਅਸੀਂ ਸ਼ਾਂਤਮਈ ਰੋਸ ਜਿਹੜਾ ਸਾਰੀਆਂ ਸੰਗਤਾਂ ਨੇ, ਸਾਰੀਆਂ ਜਥੇਬੰਦੀਆਂ ਨੇ, ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਰੀਆਂ ਕਮਿਊਨਿਟੀਜ਼ ਨੇ, ਉੱਥੇ ਮੁਸਲਮਾਨ ਵੀ ਆਏ, ਸਾਡੇ ਹਿੰਦੂ ਭਰਾ ਵੀ ਆਏ, ਕੋਟਕਪੂਰੇ ਚੌਂਕ ਦੇ ਵਿੱਚ ਸ਼ਾਂਤਮਈ ਜਦੋਂ ਸੰਘਰਸ਼ ਆਰੰਭਿਆ, ਤਾਂ ਫਿਰ ਉੱਥੇ ਬਾਦਲ ਕਿਆਂ ਨੇ ਮਤਲਬ ਜਰਨਲ ਡਾਇਰ ਬਣ ਕੇ ਕੋਟਕਪੂਰੇ ਦੇ ਚੌਂਕ ਨੂੰ ਜਲਿਆਂਵਾਲਾ ਬਾਗ ਬਣਾ ਕੇ ਸਾਡੇ ਬੇਅੰਤ ਨੌਜਵਾਨਾਂ ਦੇ ਉੱਤੇ ਤਸ਼ੱਦਦ ਢਾਇਆ, ਫੱਟੜ ਕੀਤੇ। ਕਿ ਮਤਲਬ ਐਸੇ ਨੌਜਵਾਨ ਜਿਹੜੇ ਚੰਗੇ ਭਲੇ ਤੰਦਰੁਸਤ ਸੀਗੇ, ਘਰੋਂ ਆਏ ਸੀ ਮਤਲਬ ਮੋਟਰਸਾਈਕਲਾਂ ਤੇ ਕਿੱਕ ਮਾਰ ਕੇ, ਪਰ ਉਹਨਾਂ ਨੂੰ ਤੁਰਨ ਜੋਗੇ ਨਹੀਂ ਛੱਡਿਆ, ਮਾਰ ਕੇ ਪੱਟਾਂ ਵਿੱਚ ਗੋਲੀਆਂ ਬਾਦਲ ਕਿਆਂ ਦੀ ਸਰਕਾਰ ਨੇ ਉਹਨਾਂ ਨੂੰ ਲੰਗੜੇ ਕਰਕੇ ਵਾਪਸ ਭੇਜਿਆ। 2 ਨੌਜਵਾਨ ਸਾਡੇ ਬਾਈਬਲ ਕਲਾਂ ਦੇ ਵਿੱਚ ਸ਼ਹੀਦ ਹੋ ਗਏ, ਸਾਡੇ ਸਿੱਖ ਵੀਰ। ਤਾਂ ਇਹ ਸਾਰਾ ਜਿਹੜਾ ਘਟਨਾਕ੍ਰਮ ਇਸ ਤਰੀਕੇ ਨਾਲ ਵਾਪਰਿਆ ਜੀ। ਕੀ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਾਰਾ ਕੁਝ ਹੋਇਆ, ਲੋਕ ਲਾ ਕੇ ਉਹਨਾਂ ਨੇ ਉਤਾਰ ਦਿੱਤੇ, ਤੁਹਾਨੂੰ ਧਮਕੀਆਂ ਵੀ ਆਉਂਦੀ ਰਹੀਆਂ, ਕਿ ਤੁਸੀਂ ਦੀਵਾਨ ਬੰਦ ਕਰਤੇ ਜਾਂ ਕੰਟੀਨਿਊਸ ਤੁਹਾਡੇ ਚੱਲਦੇ ਰਹੇ? ਦੀਵਾਨ ਤਾਂ ਜੀ ਲਗਾਤਾਰ ਚੱਲਦੇ ਰਹੇ, ਸੰਗਤ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸੌਦਾ ਸਾਧ ਦੇ ਚੇਲਿਆਂ ਦੇ ਨਾਲ ਨਾਲ ਜਿਹੜਾ ਬਾਦਲ ਕਿਆਂ ਨੇ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਟੌਰਚਰ ਕਰਨ ਦਾ ਯਤਨ ਕੀਤਾ। ਬਾਦਲ ਕਿਆਂ ਦੀ ਪੁਲਿਸ ਨੇ ਚੱਲਦੇ ਦੀਵਾਨਾਂ ਵਿੱਚ ਪਹੁੰਚ ਕੇ ਵੀ ਰੋਕਣ ਦੇ ਯਤਨ ਕੀਤੇ। ਮੈਂ ਉਦਾਹਰਨ ਦਿੰਦਾ, ਫਰੀਦਕੋਟ ਜ਼ਿਲ੍ਹੇ ਦਾ ਪਿੰਡ ਪੱਕਾ ਕਲਾਂ, ਜਦੋਂ ਮੈਂ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੀ ਪੰਕਤੀ ਲਿਖੀ ਹੈ, ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਕਿ ਰੱਬ ਇੱਕੋ ਹੀ ਹੈ, ਰੱਬ ਦੇ ਨਾਂ ਤੇ ਲੋਕ ਝਮੇਲਾ ਨਾ ਖੜਾ ਕਰਨ, ਝਗੜਨ ਨਾ, ਮੋਟਾ ਜਿਹਾ ਉਹਦਾ ਭਾਵ ਇਹੀ ਹੈ। ਤਾਂ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਯਕਦਮ ਉੱਥੇ ਅੰਦਰ ਐਂਟਰੀ ਕਰਦਾ ਕਿ ਤੂੰ ਰਾਮ ਰਹੀਮ ਦਾ ਨਾਂ ਕਿਉਂ ਲੈ ਦਿੱਤਾ। ਉਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਸਮਝ ਕਿ ਰਾਮ ਰਹੀਮ ਦਾ ਨਾਮ ਲਿਆ ਕਿਵੇਂ ਜਾ ਰਿਹਾ ਹੈ, ਮਤਲਬ ਕਿਸ ਸੰਦਰਭ 'ਚ। ਇਹ ਤਾਂ ਲਿਖਿਆ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ, ਤਾਂ ਉੱਥੇ ਬੰਦ ਕੀਤਾ ਗਿਆ। ਔਰ ਇਹਦੇ ਤੋਂ ਇਲਾਵਾ ਪ੍ਰਦੀਪ ਸਿੰਘ SHO, ਉਹ ਜਦੋਂ ਮੈਂ ਮਚਾਕੀ ਪਿੰਡ ਦੇ ਵਿੱਚ ਸਮਾਗਮ ਕਰਕੇ ਆਪਣੀ ਗੱਡੀ ਵਿੱਚ ਬੈਠ ਕੇ ਜਾਣ ਲੱਗਦਾ, ਤਾਂ ਉਸ ਵਕਤ ਉਹ ਕਹਿੰਦਾ ਕਿ ਤੁਸੀਂ ਸਾਡੇ ਇਲਾਕੇ ਵਿੱਚ ਵੜ ਕੇ ਦਿਖਾਇਓ ਮੁੜ ਕੇ। ਮੈਂ ਜਵਾਬ ਦਿੱਤਾ ਕਿ ਜੇ ਸੰਗਤ ਜਿਹੜੀ ਹੈ ਸੱਦੂਗੀ, ਬਿਨਾਂ ਸੱਦਿਆ ਮੈਂ ਆਇਆ ਨਹੀਂ, ਤਾਂ ਸੰਗਤ ਸੱਦੂ ਵੀਰੇ ਜ਼ਰੂਰ ਆਵਾਂਗੇ। ਫਿਰ ਉਹਨੇ ਜਿਹੜਾ ਰਿਕਾਰਡਿੰਗ ਹੋ ਰਹੀ ਸੀ ਕੈਮਰੇ 'ਚ, ਉਹਨੂੰ ਵੀ ਬੰਦ ਕਰਾਉਣ ਦਾ ਯਤਨ ਕੀਤਾ। ਤਾਂ ਉਹ ਵੀਡੀਓ ਵੀ ਜਿਹੜੀ ਇਸ ਟਾਈਮ ਮੌਜੂਦ ਹੈ। ਸਾਰਾ ਕੁਝ ਤੁਸੀਂ ਉਹ ਮਰਜ਼ੀ ਬੋਲਿਓ, ਤੁਹਾਡਾ ਪਤਾ ਨਹੀਂ ਲੱਗਦਾ ਵੀਰ ਜੀ, ਮੇਰੇ ਕੋਲ ਰਿਕਾਰਡਿੰਗ ਹੈ। ਕਮਾਲ ਕਰ ਤੁਸੀਂ ਹੁਣ ਆਇਓ, ਫਿਰ ਮੇਰੇ ਕਿਤੇ ਲਾਇਓ ਤਾਂ ਤੁਸੀਂ ਬੋਲਿਓ ਗੱਲ, ਤਾਂ ਫਿਰ ਮੈਂ ਦੱਸੂਗਾ ਤੁਹਾਨੂੰ ਕਿ ਮੇਰੇ ਏਰੀਆ ਠੀਕ ਹੈ ਜੀ, ਠੀਕ ਹੈ ਜੀ। ਜੋ ਸੰਗਤ ਵੀਰੇ ਬਿਨਾਂ ਬੁਲਾਏ ਨਹੀਂ ਆਉਂਦੇ, ਜਦੋਂ ਸੰਗਤ ਬੁਲਾਉਂਦੀ ਸੰਗਤ ਬੁਲਾਉਂਦੀ, ਫਿਰ ਜਿਹੜੇ ਤੁਹਾਨੂੰ ਬੇਨਤੀ ਕਰਦੇ ਤੂੰ ਬਾਈ ਜੀ ਤੂੰ ਬਾਅਦ ਚ ਕਰਿਓ। ਨਾ ਵੀਰ ਜੀ ਬਾਅਦ ਚ ਤੁਹਾਡੀ ਕਰਿਓ ਤੁਸੀਂ। ਹੱਥੋਂ ਬਾਈ ਨਹੀਂ ਭਾਈ ਸਾਹਿਬ ਗੱਲ ਕਰੀਏ, ਕਹਿੰਦੇ ਤੁਸੀਂ ਰਾਮ ਰਹੀਮ ਦਾ ਨਾਮ ਲੈਂਦੇ ਹੋ, ਡੇਰਾ ਮੁਖੀ ਦਾ ਨਾਮ ਲੈਂਦੇ ਹੋ, ਕਿ ਅਸੀਂ ਦੀਵਾਨ ਸਜਾਏ ਉੱਥੇ, ਤਾਂ ਕਰਕੇ ਸਾਡੇ ਮਗਰ ਪੈ ਗਏ, ਲੋਕਟ ਉਤਾਰਤੇ, ਸਾਨੂੰ ਧਮਕੀਆਂ ਦੇਣ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਪਰ ਕਹਿੰਦੇ ਰਾਮ ਰਹੀਮ ਤਾਂ ਸਿੱਖਾਂ ਦੇ ਪਹਿਲਾਂ ਹੀ ਮਗਰ ਪੈ ਗਿਆ ਸੀ, ਪਹਿਲਾਂ ਹੀ ਕਹਿੰਦੇ ਉਹਨੇ ਜਾਮ ਤਿਆਰ ਕਰ ਲਿਆ ਸੀ। 2007 ਦੇ ਵਿੱਚ ਸਲਾਬਤਪੁਰੇ ਡੇਰੇ ਦੇ ਵਿੱਚ ਉਹਨੇ ਬਹੁਤ ਵੱਡਾ ਇਕੱਠ ਕਰਕੇ ਆਪਣਾ ਜਾਮ, ਆਪਣਾ ਅੰਮ੍ਰਿਤ ਤਿਆਰ ਕਰ ਲਿਆ ਸੀਗਾ। ਉਦੋਂ ਸਿੱਖਾਂ ਨੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਸੀ। ਕਹਿੰਦੇ ਕ੍ਰੈਡਿਟ ਸਾਰਾ ਹਰਜਿੰਦਰ ਸਿੰਘ ਮਾਝੀ ਲੈ ਰਿਹਾ ਕਿ ਮੈਂ ਦੀਵਾਨ ਲਾਏ ਉੱਥੇ ਬੁਰਜ ਜਵਾਹਰ ਸਿੰਘ ਵਾਲਾ 'ਚ, ਉਹਦਾ ਕ੍ਰੈਡਿਟ ਲੈ ਰਿਹਾ। ਪਰ 2007 ਤੋਂ ਰਾਮ ਰਹੀਮ ਸਿੱਖਾਂ ਨਾਲ ਟੱਕਰ ਲੈ ਰਿਹਾ। ਦੇਖੋ ਜੀ, ਜਿਹੜੀ ਗੱਲ ਹੈ 2007 ਤੋਂ, ਇਹ ਬਿਲਕੁਲ ਸੱਚ ਹੈ ਕਿ 2007 ਤੋਂ ਉਹਨੇ ਸਵਾਂਗ ਰਚਿਆ ਜਿਸ ਤਰੀਕੇ ਨਾਲ ਹੋਇਆ। ਬਾਕੀ ਜਿਹੜੀ ਇੱਕ ਤਾਂ ਪਹਿਲੀ ਗੱਲ, ਕ੍ਰੈਡਿਟ ਲਫ਼ਜ਼ ਜਿਹੜਾ ਲੋਕ ਵਰਤ ਰਹੇ ਨੇ, ਇਹਦੇ ਲਈ ਮੈਨੂੰ ਉਹਨਾਂ ਸਾਡੇ ਭਰਾਵਾਂ ਦੀ ਮਾਨਸਿਕਤਾ ਦੇ ਉੱਤੇ ਤਰਸ ਆਉਂਦਾ ਹੈ ਕਿ ਇਹ ਕੋਈ ਕ੍ਰੈਡਿਟ ਵਾਰ ਨਹੀਂ ਹੈਗੀ। ਮਤਲਬ ਇਹਦੇ 'ਚ ਕੀ ਗੱਲ ਹੈ, ਇਹ ਤਾਂ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਰਿਪੋਰਟ 'ਚ ਆਇਆ ਹੈ, ਜੋ ਸਿੱਟ ਨੇ ਕਿਹਾ, ਜੋ ਫੂਲਕਾ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਕਿਹਾ, ਉਹਦੇ ਆਧਾਰ ਤੇ ਮੈਨੂੰ ਜਦੋਂ ਕੋਈ ਪੱਤਰਕਾਰ ਵੀਰ ਗੱਲ ਪੁੱਛਦਾ
ਤੇ ਮੈਂ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਉਹ ਗੱਲ ਸਮਝਾ ਦਿੰਦਾ। ਔਰ ਸਲਾਵਤਪੁਰਾ ਪਿੰਡ ਦੇ ਵਿੱਚ ਤੁਸੀਂ ਜਾ ਕੇ ਵੇਖ ਲਓ, ਉੱਥੇ 200 ਜਿਹੜੇ ਵੀਰ ਐਸੇ ਤੁਹਾਨੂੰ ਮਿਲਣਗੇ ਜਿਹੜੇ ਅਰਥਾਂ ਸਮੇਤ ਬਾਣੀ ਪੜ੍ਹ ਚੁੱਕੇ ਨੇ। ਮੈਂ ਨਹੀਂ ਕਹਿੰਦਾ ਕਿ ਉਹ ਸੰਥਿਆ ਮੈਂ ਕਰਵਾਈ ਹੈ, ਪਰ ਸਾਡੇ ਵੀਰਾਂ ਨੇ ਉੱਥੇ ਮਿਹਨਤ ਕੀਤੀ, ਅਸੀਂ ਪ੍ਰਚਾਰ ਕੀਤਾ, ਜਿੱਥੇ ਕਿਤੇ ਦੀਵਾਨ ਲਾਈ ਦੇ ਆ ਕੋਸ਼ਿਸ਼ ਕਰਦੇ ਆ ਜਿੱਥੇ ਕੋਈ ਨੌਜਵਾਨ ਵੀਰ ਚੰਗਾ ਲੱਗੇ ਕਿ ਇਹ ਸੰਥਿਆ ਦੀ ਕਲਾਸ ਲਾ ਸਕਦਾ ਹੈ ਤਾਂ ਉੱਥੇ ਉਹ ਨਾਲ ਕਲਾਸ ਸ਼ੁਰੂ ਕਰਵਾ ਦਿੰਦੇ ਸੀਗੇ। ਇਸ ਤਰੀਕੇ ਨਾਲ ਜਿਹੜਾ ਗੁਰਮਤਿ ਦਾ ਪ੍ਰਚਾਰ ਹੋਇਆ ਤੇ ਮਤਲਬ ਜਿਹੜਾ ਇਹ ਗੱਲਾਂ ਨੇ ਆ ਬਹੁਤ ਨੀਵੇਂ ਪੱਧਰ ਦੀਆਂ ਗੱਲਾਂ, ਔਰ ख़ास ਤੌਰ ਤੇ ਇਹੋ ਜਿਹੇ ਮਾਹੌਲ ਦੇ ਵਿੱਚ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਬਾਕੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਸਾਰੇ ਜਿਹੜੇ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਉਹ ਸਾਰੇ ਵੱਡੇ ਬੰਦੇ ਨੇ ਤੇ ਮੈਂ ਕਹਿੰਦਾ ਵੀ ਮੇਰੇ ਨਾਲੋਂ ਤਾਂ ਚੰਗੇ ਹੈ ਜੀ ਸਾਰੇ। ਤੁਸੀਂ ਵਾਰ-ਵਾਰ ਸੌਦਾ ਸਾਧ ਦੇ ਖਿਲਾਫ ਬੋਲਦੇ ਹੋ, ਸੌਦਾ ਸਾਧ ਕਹਿੰਦੇ ਹੋ ਆਪਣਾ ਧਰਮ, ਆਪਣਾ ਸਥਾਨ, ਆਪਣੇ ਜਿਹੜੇ ਤੌਰ ਤਰੀਕੇ ਚਲਾਉਂਦੇ ਸੀ। ਹਾਲਾਂਕਿ ਚਲੋ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਆ, ਕਾਨੂੰਨ ਨੇ ਉਹਨਾਂ ਨੂੰ ਬੰਦ ਕਰਤਾ। ਤੁਸੀਂ ਮੌਕੇ ਦੀ ਸਰਕਾਰ ਦੇ ਖਿਲਾਫ ਬੋਲਦੇ ਹੋ, ਪਹਿਲਾਂ ਦੀ ਸਰਕਾਰ ਬਾਦਲ ਹੋਣਾ ਦੇ ਖਿਲਾਫ ਬੋਲਦੇ ਹੋ, ਹਰ ਦੇ ਖਿਲਾਫ ਬੋਲਦੇ ਹੋ, ਡਰਦੇ ਤੁਸੀਂ ਨਹੀਂ। ਤੁਹਾਨੂੰ ਰੱਖਿਆ ਕੌਣ ਕਰ ਰਿਹਾ ਤੁਹਾਡੀ? ਤੁਹਾਡਾ ਸਾਥ ਕੌਣ ਦੇ ਰਿਹਾ? ਸੰਗਤ ਸਾਥ ਕਰ ਰਹੀ ਹੈ, ਤੁਹਾਡੇ ਪ੍ਰਚਾਰਕ ਸਾਥ ਦੇ ਰਿਹਾ, ਸ਼੍ਰੋਮਣੀ ਕਮੇਟੀ ਸਾਥ ਦੇ ਰਹੀ ਹੈ, ਸਰਕਾਰ ਸਾਥ ਦੇ ਰਹੀ ਹੈ, ਤੁਹਾਡਾ ਸਾਥ ਕੌਣ ਦੇ ਰਹੀ ਹੈ? ਤੁਹਾਨੂੰ ਰੱਖਿਆ ਕੌਣ ਕਰ ਰਿਹਾ ਤੁਹਾਡੀ? ਰੱਖਿਆ ਤਾਂ ਜੀ ਰਾਖਾ ਏਕ ਹਮਾਰਾ ਸੁਆਮੀ, ਰੱਖਿਆ ਕਰਨ ਵਾਲਾ ਇੱਕ ਅਕਾਲ ਪੁਰਖ ਹੈ। ਉਹ ਪ੍ਰਮਾਤਮਾ ਸੰਗਤ ਦੇ ਵਿੱਚ ਵੀ ਵਸਦਾ, ਸੰਗਤ ਵੀ ਬਹੁਤ ਸਹਿਯੋਗ ਦਿੰਦੀ ਹੈ, ਲੋਕ ਪੂਰੇ ਡਟ ਕੇ ਨਾਲ ਖੜ੍ਹਦੇ ਨੇ। ਜੇ ਅਸੀਂ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਤਾਂ ਮਤਲਬ ਸੰਗਤ ਵੀ ਸਹਿਯੋਗ ਦਿੰਦੀ ਰਹੀ। ਸਲੂਟ ਹੈ ਉਹਨਾਂ ਪ੍ਰਬੰਧਕਾਂ ਨੂੰ ਜਿਹੜੇ ਹਰ ਤਰ੍ਹਾਂ ਦੇ ਧੱਕੇ ਝੱਲ ਕੇ ਦੀਵਾਨ ਲਵਾਉਂਦੇ ਰਹੇ ਤੇ ਅੱਜ ਵੀ ਲਵਾਉਂਦੇ ਨੇ। ਔਰ ਇਹਦੇ ਨਾਲ ਨਾਲ ਜਿਹੜਾ ਸ਼੍ਰੋਮਣੀ ਕਮੇਟੀ ਇਹਨਾਂ ਦੇ ਵੱਲੋਂ ਤਾਂ ਕੋਈ ਸਹਿਯੋਗ ਨਹੀਂ ਮਿਲਿਆ। ਬਾਕੀ ਜਿਹੜੀ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਕਿ ਸਰਕਾਰ ਕੋਈ ਸੁਰੱਖਿਆ ਕਰੇ, ਸਰਕਾਰ ਤਾਂ ਸੂਰੀ ਵਰਗੇ ਉਹਨਾਂ ਦੀ ਸੁਰੱਖਿਆ ਕਰਦੀ ਹੈ ਜਿਹੜੇ ਸਾਡੀਆਂ ਸਿੱਖਾਂ ਦੀਆਂ ਧੀਆਂ ਭੈਣਾਂ ਲਈ ਅਪਮਾਨਜਨਕ ਸ਼ਬਦ ਬੋਲਦੇ ਨੇ, ਜਾਂ ਹੋਰ ਨਿਸ਼ਾਂਤ ਸ਼ਰਮੇ ਵਰਗੇ ਡਰਾਮੇਬਾਜ਼ ਬੰਦੇ ਨੇ ਜਿਹੜੇ ਬਿਲਕੁਲ ਮਤਲਬ ਸ਼ਰੇਆਮ ਉਹਨਾਂ ਦਾ ਪਤਾ ਲੱਗ ਰਿਹਾ ਹੁੰਦਾ ਹੈ। ਬਹੁਤ ਨੀਵੇਂ ਪੱਧਰ ਦੇ ਲੋਕ ਨੇ ਜਿਹੜੇ, ਔਰ ਉਹਨਾਂ ਨੂੰ ਸੁਰੱਖਿਆ ਕਿਵੇਂ ਏਡੇ ਏਡੇ ਗਨਮੈਨ, ਕਈ ਗਨਮੈਨ ਜਿਹੜੇ ਉਹਨਾਂ ਨੂੰ ਮਿਲ ਜਾਂਦੇ ਨੇ। ਇਹਦੀ ਵੀ ਜੇ ਕਿਤੇ ਜਾਂਚ ਹੋਵੇ ਸੋਹਣੇ ਢੰਗ ਨਾਲ, ਬੜੀ ਹੈਰਾਨੀਜਨਕ ਤੱਥ ਜਿਹੜੇ ਨੇ ਲੋਕਾਂ ਦੇ ਸਾਹਮਣੇ ਆਉਣਗੇ ਜੀ। ਤੁਹਾਨੂੰ ਇਤਰਾਜ਼ ਹੈ ਜੀ? ਤੁਹਾਨੂੰ ਗਨਮੈਨ ਨਹੀਂ ਦਿੱਤੇ ਗਏ, ਸੂਰੀ ਹੋਣਾ ਨੂੰ, ਨਿਸ਼ਾਂਤ ਸ਼ਰਮਾ ਹੋਣਾ ਨੂੰ ਗਨਮੈਨ ਦਿੱਤੇ ਗਏ ਆ, ਤੁਹਾਨੂੰ ਇਸ ਗੱਲ ਦਾ ਇਤਰਾਜ਼ ਹੈ? ਨਹੀਂ, ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਹੀ ਗਨਮੈਨ ਹੀ ਚਾਹੀਦੇ ਆ ਵੀ ਉਹਦੇ ਨਾਲ, ਇਹ ਤਾਂ ਮੈਨੂੰ ਤਾਂ ਆਪ ਨੂੰ ਬੜਾ ਮਤਲਬ ਓਪਰਾ ਲੱਗੂਗਾ ਇਸ ਤਰ੍ਹਾਂ ਜੇ ਹੋ ਗਿਆ। ਪਰ ਓਵਰਆਲ ਤੁਸੀਂ ਗਨਮੈਨ ਨਹੀਂ ਮੰਨਦੇ, ਪਰ ਤੁਹਾਨੂੰ ਉਹਨਾਂ ਤੇ ਇਤਰਾਜ਼ ਆ ਵੀ ਉਹਨਾਂ ਨੂੰ ਗਨਮੈਨ ਨਹੀਂ ਹੋਣੇ ਚਾਹੀਦੇ। ਇਹੋ ਜਿਹੇ ਬੰਦਿਆਂ ਨੂੰ ਦੇਖੋ, ਜਿਹੜੇ ਗੁੰਡਾ ਅਨਸਰ ਨੇ ਉਹਨਾਂ ਨੂੰ ਤੁਸੀਂ ਗਨਮੈਨ ਦੇ ਕੇ ਉਹਨਾਂ ਦੀ ਫੋਕੀ ਟੌਰ ਬਣਾ ਕੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਹੋ। ਉਹ ਆਮ ਲੋਕਾਂ ਤੇ ਦਬਕੇ ਮਾਰਦੇ ਨੇ, ਰੋਹਬ ਮਾਰਦੇ ਨੇ, ਬਹੁਤ ਸਾਰੇ ਨਜਾਇਜ਼ ਕੰਮ ਉਹ ਲੋਕ ਕਰਦੇ ਆ ਜੀ। ਉਹ ਕਹਿੰਦੇ ਜੋ ਲਾ ਕਹਿੰਦਾ, ਕਾਨੂੰਨ ਕਹਿੰਦਾ, ਭਾਰਤੀ ਸੰਵਿਧਾਨ ਕਹਿੰਦਾ, ਅਸੀਂ ਉਹ ਗੱਲਾਂ ਕਰਦੇ ਹਾਂ। ਕਹਿੰਦੇ ਬਾਹਰੋਂ ਕੁਝ ਬੈਠੇ ਲੋਕ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ। ਜਿਹੜੇ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਦੇ ਤੇ ਸਰਕਾਰ ਕਾਰਵਾਈ ਕਰ ਲੂ, ਉਹਦੇ ਤੇ ਪ੍ਰਸ਼ਾਸਨ ਕਾਰਵਾਈ ਕਰ ਲੂ। ਜਾਂ ਹੋਰ ਵੀ ਤੁਸੀਂ ਕੀ ਹੋ ਯਾਰ, ਤੁਸੀਂ ਤਾਂ ਆਪਣਾ ਤੁਹਾਡਾ ਕਿਰਦਾਰ ਤਾਂ ਵੇਖੋ ਇਹਨਾਂ ਲੋਕਾਂ ਦਾ ਕੀ ਹੈ। ਇਹ ਤਾਂ ਬਿਲਕੁਲ ਨੀਵੇਂ ਪੱਧਰ ਦੇ ਲੋਕ ਨੇ ਨਾ ਜੀ। ਇਹ ਤਾਂ ਜਾਂ ਤਾਂ ਕੋਈ ਸੁਹਿਰਦ ਹੋਣ, ਪਤਾ ਲੱਗੇ ਵੀ ਹੜ੍ਹਾਂ ਦੇ ਦੌਰਾਨ ਕੋਈ ਸੇਵਾ ਨਿਭਾਈ ਹੈ, ਆਹ ਲੋਕਡਾਊਨ ਦੇ ਦੌਰਾਨ ਕੁਝ ਕਰਿਆ ਹੈ, ਸਮਾਜ ਪ੍ਰਤੀ ਚਿੰਤਤ ਨੇ, ਵੀ ਉਹੀ ਗਨਮੈਨਾਂ ਦੇ ਭੁੱਖੇ ਤੱਤੇ ਬਿਆਨ ਦੇ ਕੇ ਸਿੱਖਾਂ ਖਿਲਾਫ ਮਾਨਜਨਕ ਟਿੱਪਣੀਆਂ ਕਰਕੇ ਮਤਲਬ ਸਰਕਾਰੀ ਜਿਹੜੀ ਛਤਰੀ ਹੈ ਉਹਦਾ ਨਿੱਘ ਮਾਣਦੇ ਆ, ਉਹਦਾ ਆਨੰਦ ਮਾਣਦੇ ਆ। ਗੱਲ ਬੇਅਦਬੀ ਦੀ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕੋਟਕਪੂਰਾ 'ਚ ਪ੍ਰਦਰਸ਼ਨ ਕੀਤਾ ਗਿਆ, ਉੱਥੇ ਕੁੱਟਮਾਰ ਵੀ ਹੋਈ, ਪਰ ਮੌਕੇ ਦੀ ਸਰਕਾਰ ਤੇ ਸਮੇਂ ਦੇ ਪ੍ਰਸ਼ਾਸਨ ਵੱਲੋਂ 2 ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਵਿਦ ਪ੍ਰੂਫ ਜੀ। ਚੰਡੀਗੜ੍ਹ ਪ੍ਰੈਸ ਕਾਨਫਰੰਸ ਹੋਈ ਸੀ, ਸੁਖਬੀਰ ਸਿੰਘ ਬਾਦਲ ਉਦੋਂ ਜਿਹੜੀ ਸੁੱਖ ਅਰਦਾਸ ਕਰਨ ਗਏ ਸੀ ਕਿ ਚੰਗਾ ਹੋਇਆ ਗੁਰੂ ਗ੍ਰੰਥ ਸਾਹਿਬ ਜਿਹੜੇ ਦੋਸ਼ੀ ਸੀ ਉਹ ਫੜੇ ਗਏ, ਪਕੜੇ ਗਏ। ਪਰ ਹੁਣ ਇਹ ਸੈੱਟ ਵੱਲੋਂ ਰਾਮ ਰਹੀਮ ਨੂੰ ਦੋਸ਼ੀ ਐਲਾਨਿਆ ਜਾਂਦਾ। ਕੀ ਉਦੋਂ ਸਹੀ ਸੀ ਜਾਂ ਹੁਣ ਸਹੀ ਹੈ? ਦੇਖੋ ਜੀ, ਗੱਲ ਇਹ ਹੈ ਬਿਲਕੁਲ ਤੁਹਾਡੀ ਮਤਲਬ ਕਿ ਇੱਕ ਜਿਹੜਾ ਆਪ ਜੀ ਕਿੰਨੇ ਸ਼ਬਦ ਵਰਤਿਆ ਵਿਦ ਪ੍ਰੂਫ ਇਹਨਾਂ ਕੋਲ ਕੋਈ ਨਹੀਂ ਸੀ। ਇਹਨਾਂ ਨੇ ਇੱਕ ਡਰਾਮਾ ਰਚਿਆ ਸੀ ਬਹੁਤ ਵੱਡਾ, ਇੱਕ ਸਿੱਖ ਕੌਮ ਦੇ ਮੱਥੇ ਤੇ ਐਸਾ ਵੱਡਾ ਕਲੰਕ ਲਾਉਣਾ ਚਾਹੁੰਦਾ ਸੀ ਬਾਦਲ ਪਰਿਵਾਰ, ਜਿਹੜਾ ਕਿ ਆਪਾਂ ਅੰਦਾਜ਼ਾ ਲਾ ਕੇ ਵੇਖੋ, ਜੇ ਇਹ ਧੱਕੇ ਨਾਲ ਜਿਵੇਂ ਉਹਨਾਂ ਨੌਜਵਾਨਾਂ ਤੇ 5 ਗਰਾਈ ਵਾਲਿਆਂ ਤੇ ਇਹ ਤਸ਼ੱਦਦ ਕਰ ਰਹੇ ਸੀ, ਜੇ ਸਫਲ ਹੋ ਜਾਂਦੇ ਉਹਨਾਂ ਨੂੰ ਮਨਾਉਣ ਦੇ ਵਿੱਚ, ਤਾਂ ਮਤਲਬ ਗੁਰਮੀਤ ਰਾਮ ਰਹੀਮ ਨੇ ਤਾੜੀਆਂ ਮਾਰਨੀਆਂ ਸੀਗੀਆਂ ਕਿ ਅਸੀਂ ਤਾਂ ਵੇਖੋ ਬਚ ਗਏ ਸਾਰਾ ਕੁਝ ਕਰਵਾ ਕੇ। ਮੈਂ ਕਹਿੰਦਾ ਵੀ ਇਹ ਕੌਮ ਦੀ ਜਵਾਨੀ ਕੌਮ ਦੇ ਮੂੰਹ ਵਿੱਚ ਬਾਦਲਾਂ ਨੇ ਪਾਤੀ ਸੀ। ਜਲਾਦਾਂ ਵਾਲਾ ਰੋਲ ਜਿਹੜਾ ਨਿਭਾ ਰਹੇ ਸੀ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਅਜੈ ਸਿੰਘ ਦਾ, ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤ ਅਜੈ ਸਿੰਘ, ਉਹਦਾ ਪੌਣੇ 4 ਸਾਲ ਦਾ ਪੁੱਤ ਸੀ, ਉਹਦਾ ਕਲੇਜਾ ਕੱਢ ਕੇ ਮੂੰਹ 'ਚ ਪਾਇਆ ਸੀ ਬੰਦਾ ਸਿੰਘ ਬਹਾਦਰ ਦੇ। ਕੌਮ ਦੇ ਨੌਜਵਾਨਾਂ ਨੂੰ ਕੌਮ ਦੇ ਮੂੰਹ 'ਚ ਪਾ ਦਿੱਤਾ ਸੀ ਇਹਨਾਂ ਨੇ, ਵੀ ਆਪੇ ਸਿੱਖ ਹੀ ਮਾਰ ਦਿੰਦੇ, ਉਹਨਾਂ ਨੂੰ ਤਾਂ ਛੱਡਣਾ ਹੀ ਨਹੀਂ ਸੀਗਾ। ਇਹ ਤਾਂ ਮੈਂ ਧੰਨਵਾਦੀ ਹਾਂ ਫੂਲਕਾ ਸਾਹਿਬ ਦਾ, ਉਹਨਾਂ ਨੂੰ ਜਦੋਂ ਪਤਾ ਲੱਗਿਆ, ਉਹ 23 ਅਕਤੂਬਰ ਨੂੰ ਸ਼ਾਮ ਨੂੰ 7 ਵਜੇ ਉਹਨਾਂ ਨੇ ਜਾ ਕੇ ਜੱਜ ਸਾਹਿਬ ਤੋਂ ਆਰਡਰ ਕਰਵਾਏ,
ਮੁਲਾਕਾਤ ਲਈ। ਰਾਤ ਨੂੰ 11 ਵਜੇ ਮੁਲਾਕਾਤ ਹੋਈ। ਰੁਪਿੰਦਰ ਜਸਵਿੰਦਰ ਦੇ ਪਿਤਾ ਜੀ ਉਹਨਾਂ ਨੂੰ ਜਾ ਕੇ ਮਿਲੇ, ਦੱਸਿਆ ਕਿ ਵਕੀਲ ਫੂਲਕਾ ਸਾਹਿਬ ਹੋਰ ਸੰਗਤ ਤੁਹਾਡੇ ਨਾਲ ਹੈ, ਫਿਕਰ ਨਾ ਕਰੋ। ਮਤਲਬ ਇਹ ਟੌਰਚਰ ਕਰ ਰਹੇ ਸੀਗੇ, ਧੱਕੇ ਨਾਲ ਉਹਨਾਂ ਨੂੰ ਮਨਾਇਆ ਜਾ ਰਿਹਾ ਸੀ। ਤੇ ਉਹਨਾਂ ਨੇ ਆਪ ਇਹ ਗੱਲ ਦੱਸੀ ਹੈ ਕਿ ਇੱਕ ਖਾਲੀ ਚੈੱਕ ਦਿੰਦੇ ਸੀ, ਉਹ ਚੈੱਕ ਦੇ ਉੱਤੇ ਕਹਿੰਦੇ ਸੀ ਕਿ ਸਾਡਾ ਨਾਂ ਹੈ ਜਿਹੜਾ ਚੈੱਕ ਦੇ ਉੱਤੇ ਜਿੰਨੇ ਮਰਜ਼ੀ ਪੈਸੇ ਭਰ ਲਓ, ਪਰ ਇਹ ਕਹਿ ਦਿਓ ਕਿ ਬੇਅਦਬੀ ਅਸੀਂ ਕੀਤੀ ਹੈ ਤੇ ਪ੍ਰਚਾਰਕਾਂ ਦੇ ਕਹਿਣ ਤੇ ਕੀਤੀ ਹੈ। ਇੱਕ ਐਡਾ ਵੱਡਾ ਧੱਬਾ ਲਾਉਣ ਦਾ ਜਿਹੜਾ ਯਤਨ ਇਹਨਾਂ ਨੇ ਕੀਤਾ ਸੀਗਾ। ਸੁਖਵੀਰ ਨੇ ਡਰਾਮਾ ਰਚਿਆ ਜੀ, ਇਸ ਬੇਅਦਬੀ ਦੇ ਦੋਸ਼ੀ ਲੱਭ ਲਏ, ਅਸੀਂ ਤਾਂ ਗੁਰੂ ਸਾਹਿਬ ਦਾ ਸ਼ੁਕਰ ਕਰਦੇ ਹਾਂ। ਪਰ ਉਹ ਜਿਹੜੇ ਇਹ ਤਾਰਾਂ ਜੋੜ ਰਹੇ ਸੀਗੇ ਜੀ, ਫੋਰਨ ਤੋਂ ਫੰਡਿੰਗ ਹੋਈ ਹੈ, ਉਹ ਤਾਂ ਸਾਰਾ ਕੁਝ ਸਪਸ਼ਟ ਹੋ ਗਿਆ ਸੀ। ਜਿਹੜੇ ਬੰਦੇ ਨੇ ਉਹ ਪੈਸੇ ਵੈਸੇ ਭੇਜੇ ਸੀ ਮਦਦ ਲਈ, ਉਹ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੀਗਾ। ਸੋ ਅਸੀਂ ਜਿਹੜਾ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ, ਔਰ ਬੇਅਦਬੀ ਜਿਹੜਾ ਗੋਲੀ ਕਾਂਡ ਵਾਪਰਿਆ ਇਹਦੇ ਮਾਸਟਰਮਾਈਂਡ ਸੁਮੇਧ ਸੈਣੀ ਤੇ ਸੁਖਵੀਰ ਬਾਦਲ ਨੇ। ਇਹ ਮਤਲਬ ਇਹਨਾਂ ਤੇ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜੀ, ਕਾਰਵਾਈ ਹੋਣੀ ਚਾਹੀਦੀ ਹੈ। ਪਰ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਸਿੱਖ ਪ੍ਰਚਾਰਕ ਵੀ ਦੋਸ਼ੀ ਹੈ ਇਸ ਗੱਲ ਪਿੱਛੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਜੇ ਸਿੱਖ ਪ੍ਰਚਾਰਕ ਇਕੱਠੇ ਹੋ ਕੇ ਚੱਲਦੇ, ਇੱਕ ਝੰਡੇ ਥੱਲੇ, ਇੱਕ ਏਜੰਡੇ ਥੱਲੇ ਚੱਲਦੇ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣੀ ਸੀ। ਸਾਰੇ ਪ੍ਰਚਾਰਕ ਆਪੋ ਆਪਣੀ ਡਫਲੀ ਕਿਉਂ ਵਜਾਉਂਦੇ ਰਹੇ? ਦੂਜੇ ਪਾਸੇ ਜੇ ਉਸੇ ਰਾਮ ਰਹੀਮ ਦੀ ਫਿਲਮ ਰਿਲੀਜ਼ ਹੁੰਦੀ ਹੈ, ਸਾਰੇ ਪ੍ਰੇਮੀ ਇਕੱਠੇ ਨੇ, ਪੁਲਿਸ ਪ੍ਰਸ਼ਾਸਨ ਉਹਨਾਂ ਦੇ ਨਾਲ ਹੈ, ਜੇ ਸਾਰੇ ਪ੍ਰਚਾਰਕ ਇਕੱਠੇ ਹੋ ਜਾਂਦੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਨਹੀਂ ਹੋਣੀ ਸੀ। ਜੇ ਹੋ ਗਈ ਸੀ ਤਾਂ ਤੁਰੰਤ ਜਿਹੜੇ ਦੋਸ਼ੀ ਫੜੇ ਜਾਣੇ ਸੀ, ਜੇ ਪ੍ਰਚਾਰਕ ਇਕੱਠੇ ਹੁੰਦੇ। ਨਹੀਂ, ਉਸ ਸਮੇਂ 2015 ਦੇ ਵਿੱਚ ਤਾਂ ਪ੍ਰਚਾਰਕ ਸਾਰੇ ਇਕੱਠੇ ਬੈਠੇ ਸੀਗੇ, ਪਰ ਉੱਥੇ ਕੁਝ ਇਸ ਕਿਸਮ ਦੇ ਘਟਨਾਕ੍ਰਮ ਵਾਪਰੇ। ਬਾਅਦ ਦੇ ਵਿੱਚ ਕਈ ਬੰਦਿਆਂ 'ਚ ਪ੍ਰੋਬਲਮਸ ਆ ਗਈਆਂ, ਜਿਹਦਾ ਮੈਂ ਕਹਿੰਦਾ ਵੀ ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ, ਹੁਣ ਵੀ ਮੈਂ ਉਹਨਾਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਜਿਹੜੇ ਮਰਜ਼ੀ ਤਰੀਕੇ ਨਾਲ ਜਿਹੜਾ ਡਟ ਕੇ ਆਵਾਜ਼ ਬੁਲੰਦ ਕਰੀਏ। ਅਸੀਂ ਹੁਣ ਸਾਡਾ ਜਿਹੜਾ ਫੋਕਸ ਹੈ ਉਹ ਸੌਦਾ ਸਾਧ ਤੇ ਸੁਖਵੀਰ ਬਾਦਲ ਤੇ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਮਾਸਟਰਮਾਈਂਡ ਨੇ। ਇਹ ਨਾ ਹੋਵੇ ਕਿ ਇਸ ਮਾਹੌਲ ਦੇ ਵਿੱਚ ਅਸੀਂ ਫਿਰ ਇੱਕ ਦੂਜੇ ਤੇ ਉਸ ਤਰ੍ਹਾਂ ਭਰਾ ਮਾਰੂ ਜੰਗ ਵਿੱਚ ਹੀ ਜਾਂ ਇੱਕ ਦੂਜੇ ਦੀ ਕੁੱਕੜ ਖੇਡਾਉਣ ਵਾਲੇ ਪਾਸੇ ਲੱਗ ਜਾਈਏ। ਸੋ ਉਹ 'ਚ ਕਮੀਆਂ ਰਹੀਆਂ, ਬੰਦਿਆਂ ਤੋਂ ਜ਼ਰੂਰ ਰਹੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਲਗਾਤਾਰ ਬੜੇ ਬੰਦੇ ਗੱਲ ਕਰਨੀ ਛੱਡ ਵੀ ਗਏ, ਪਰ ਸਾਨੂੰ ਇਹਦੇ ਤੇ ਡਟਣਾ ਚਾਹੀਦਾ। ਔਰ ਮੈਂ ਕਹਿੰਦਾ ਵੀ ਜੇ ਇਹ ਬੇਅਦਬੀ ਘਟਨਾਕ੍ਰਮ ਦੇ ਮਾਸਟਰਮਾਈਂਡ ਤੱਕ ਪਹੁੰਚ ਹੋ ਜਾਵੇ ਤਾਂ ਜਿਹੜਾ ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਵੀ ਇੱਥੇ ਵੀ ਬੇਅਦਬੀ, ਕੱਲ੍ਹ ਨੂੰ ਉੱਥੇ ਬੇਅਦਬੀ, ਇਹ ਰੁਕ ਸਕਦਾ ਜੀ। 5 ਸਾਲ ਦੇ ਸਮਾਂ ਲਗਭਗ ਬੀਤ ਚੁੱਕਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਹੋਈ ਨੂੰ। ਉਦੋਂ ਬਾਅਦ 'ਚ ਬਹੁਤ ਵਾਰ ਵੋਟਾਂ ਆਈਆਂ, ਜਦੋਂ ਵੋਟਾਂ ਆਉਂਦੀਆਂ ਸਾਰੇ ਸਿਆਸੀ ਲੀਡਰ ਬੇਅਦਬੀ ਕਾਂਡ ਚੱਕ ਲੈਂਦੇ ਆ। ਬੇਅਦਬੀ ਕਾਂਡ ਨੂੰ ਲੈ ਕੇ ਬਰਗਾੜੀ ਦੇ ਵਿੱਚ ਲੰਮਾ ਸਮਾਂ ਧਰਨਾ ਚੱਲਦਾ, ਧਰਨਾ ਫਿਰ ਠੱਪ ਹੋ ਜਾਂਦਾ, ਪਤਾ ਨਹੀਂ ਉੱਥੇ ਕੀ ਹੁੰਦਾ। ਬਹੁਤ ਸਾਰੇ ਐਲੀਗੇਸ਼ਨ, ਦੋਸ਼ ਵੀ ਲੱਗਦੇ ਆ। ਜਦੋਂ ਪ੍ਰਚਾਰ ਕਰਦੇ ਆ, ਸਟੇਜ ਤੇ ਬੈਠਦੇ ਆ, ਤੇ ਉਹ ਵੀ ਬੇਅਦਬੀ ਕਾਂਡ ਚੱਕ ਲੈਂਦੇ ਆ। ਕੀ ਕਾਰਨ? ਹੁਣ ਇਕੱਠੇ ਹੋ ਕੇ ਕਿਉਂ ਨਹੀਂ ਚੱਲ ਸਕਦੇ? ਹੁਣ ਕਿਉਂ ਨਹੀਂ ਦੋਸ਼ੀਆਂ ਨੂੰ ਸਜ਼ਾਵਾਂ ਦਵਾ ਸਕਦੇ? ਵੋਟਾਂ ਮੌਕੇ ਜਾਂ ਪ੍ਰਚਾਰ ਮੌਕੇ ਇਹ ਕਿਉਂ ਸਭ ਕੁਝ ਬੋਲਿਆ ਜਾਂਦਾ? ਦੇਖੋ ਜੀ, ਜਿਹੜੇ ਸਿਆਸੀ ਲੋਕ ਨੇ ਉਹ ਤਾਂ ਅਕਸਰ ਉਹਨਾਂ ਦਾ ਤਾਂ ਕਿਉਂਕਿ ਰਾਜਨੀਤੀ ਉਹਨਾਂ ਨੇ ਕਰਨੀ ਹੈ, ਵੋਟ ਤੋਂ ਡਰਦੇ ਆ, ਰੱਬ ਤੋਂ ਨਹੀਂ ਡਰਦੇ ਉਹ। ਤਾਂ ਉਹਨਾਂ ਦਾ ਤਾਂ ਯਤਨ ਇਹੀ ਹੈ, ਜਿਵੇਂ ਇਹਦੇ ਵਿੱਚ ਵੀ ਸਾਨੂੰ ਲੱਗ ਰਿਹਾ ਜਿਹੜੀ ਜਾਂਚ ਚੱਲ ਰਹੀ ਹੈ ਵੀ ਇੰਨੀ ਢਿੱਲੀ ਕਿਉਂ ਹੈ। ਮੈਨੂੰ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਬਿਲਕੁਲ ਜਿਵੇਂ ਬਾਦਲਾਂ ਨੇ 84 ਦੇ ਮਸਲੇ ਤੇ ਸਿਰਫ ਵੋਟਾਂ ਬਟੋਰੀਆਂ, ਪ੍ਰੈਕਟੀਕਲ ਕੰਮ ਕੋਈ ਨਹੀਂ ਕੀਤਾ, ਬਿਲਕੁਲ ਇਸੇ ਮਤਲਬ ਨਕਸ਼ੇ ਕਦਮਾਂ ਤੇ ਕੈਪਟਨ ਚੱਲ ਰਹੇ ਨੇ ਵੀ 22 ਨੇੜੇ ਆ ਰਹੀ ਹੈ, ਅਸੀਂ ਬੇਅਦਬੀ ਯਾਦ ਕਰਾ ਕੇ ਦੁਬਾਰਾ ਫਿਰ ਵੋਟਾਂ ਲੈ ਲਾਂਗੇ। ਪਰ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਨੀ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਇਸ ਵਾਰ ਇਸ ਤਰ੍ਹਾਂ ਨਹੀਂ ਚੱਲਣਾ। ਲੋਕ ਜਾਗਰੂਕ ਹੋ ਗਏ ਨੇ, ਤੁਸੀਂ ਗੁਟਕਾ ਚੱਕ ਕੇ ਕਸਮਾਂ ਖਾ ਕੇ ਪਾਵਰ 'ਚ ਆਏ ਹੋ। ਬੇਅਦਬੀ ਘਟਨਾਕ੍ਰਮ ਦੇ ਦੋਸ਼ੀਆਂ ਤੇ ਅਸਲ ਕਾਰਵਾਈ ਕਰੋ। ਔਰ ਅਸੀਂ ਤਾਂ ਬਾਕੀ ਜਿਹੜੇ ਪ੍ਰਚਾਰਕਾਂ ਦੀ ਆਪ ਜੀ ਗੱਲ ਕਰ ਰਹੇ ਹੋ, ਉਹ ਸਾਰੇ ਵੀਰਾਂ ਨੂੰ ਮੈਂ ਤਾਂ ਬੇਨਤੀ ਵੀ ਕਰ ਸਕਦਾ, ਪਰ ਜਿੰਨੇ ਕੁ ਜੋਗੇ ਅਸੀਂ ਹੈਗੇ ਆ ਦਰਬਾਰੇ ਖਾਲਸਾ ਵੱਲੋਂ ਜਾਂ ਹੋਰ ਸਾਡੇ ਸਹਿਯੋਗੀ ਜਿੰਨੇ ਜਥੇਬੰਦੀਆਂ ਨੇ, ਅਸੀਂ ਵਾਰ-ਵਾਰ ਯਤਨ ਕਰਦੇ ਹਾਂ। ਪਿਛਲੇ ਸਾਲ ਹੀ ਮੈਂ ਦਿਖਾਉਣਾ, ਪਿਛਲੇ ਸਾਲ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਆ ਪੱਤਰ ਭੇਜਿਆ ਕਿ ਮਈ 2007 ਦੇ ਵਿੱਚ ਜਿਹੜਾ ਸਵਾਂਗ ਰਚਿਆ ਸੀ ਸੌਦਾ ਸਾਧ ਨੇ, ਉਹ ਕੇਸ ਨੂੰ ਦੁਬਾਰਾ ਓਪਨ ਕੀਤਾ ਜਾਵੇ, ਕਿਉਂਕਿ ਇਹ ਸਾਡੀ ਕੌਮ ਲਈ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਜਿਸ ਸੌਦਾ ਸਾਧ ਨੂੰ 2 ਸਾਧਵੀਆਂ ਨੇ ਸਟੈਂਡ ਲੈ ਕੇ ਜੇਲ੍ਹ ਦੇ ਵਿੱਚ ਭੇਜਤਾ, ਛਤਰਪਤੀ ਦੇ ਪਰਿਵਾਰ ਨੇ ਇਨਸਾਫ ਲੈ ਲਿਆ, ਤੇ ਸਾਡੀ ਏਡੀ ਵੱਡੀ ਕੌਮ 2007 ਵਾਲੇ ਮਸਲੇ ਦੇ ਵਿੱਚੋਂ ਬਾਦਲ ਕਿਆਂ ਨੇ ਪੁਲਿਸ ਦੇ ਰਾਹੀਂ ਸੌਦਾ ਸਾਧ ਨੂੰ ਬਾਹਰ ਕਢਾਤਾ, ਕਿਉਂਕਿ ਇਹਨਾਂ ਨੇ ਚੋਣਾਂ ਦੇ ਮੌਕੇ ਦੇ ਦੌਰਾਨ 2017 ਦੇ ਵਿੱਚ ਜਿਹੜਾ ਸੀਗਾ ਕੈਂਸਲੇਸ਼ਨ ਰਿਪੋਰਟ ਪੇਸ਼ ਕਰਤੀ ਸੀਗੀ। ਤਾਂ
2007 ਵਿੱਚ ਇਹ ਵਾਪਰਿਆ। 2012 ਚ ਇਹਨਾਂ ਨੇ ਕੈਂਸਲੇਸ਼ਨ ਰਿਪੋਰਟ ਪੇਸ਼ ਕੀਤੀ। ਜਦੋਂ ਚਲਾਨ ਹੀ ਮੋਟੇ ਤੌਰ ਤੇ ਮੈਂ ਕਹਿੰਦਾ ਚਲਾਨ ਹੀ ਨਹੀਂ ਪੇਸ਼ ਕੀਤਾ ਜਦੋਂ, ਤਾਂ ਸੌਦਾ ਸਾਧ ਇਹਦੇ ਵਿੱਚੋਂ ਬਾਹਰ ਨਿਕਲ ਗਿਆ। ਜੇ ਉਹ ਇਸ ਮਸਲੇ ਦੇ ਉੱਤੇ ਇਹਨੂੰ ਘੇਰਿਆ ਜਾਂਦਾ, ਚੰਗੀ ਤਰ੍ਹਾਂ ਕਾਰਵਾਈ ਹੁੰਦੀ ਤਾਂ ਬੇਅਦਬੀ ਨਹੀਂ ਸੀ ਹੋਣੀ। ਨਾਲ ਇਹ ਵੀ ਕਹਿਣਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ 1986 ਦਾ ਨਕੋਦਰ ਕਾਂਡ ਜਿਹੜਾ ਵਾਪਰਿਆ ਉਹਦੇ ਤੇ ਵੀ ਤੁਸੀਂ ਵਾਅਦਾ ਕੀਤਾ ਹੋਇਆ, ਉਸ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਹੈ ਉਹਦੇ ਤੇ ਵੀ ਕਾਰਵਾਈ ਕਰੋ। ਉਹ ਸਾਰੀ ਰਿਪੋਰਟ ਜਿਹੜੀ ਜੱਗ ਜ਼ਾਹਰ ਕਰੋ, ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰੀਕੇ ਨਾਲ ਜਿਹੜਾ ਕੰਮ ਹੋਵੇ ਤੇ ਬਾਕੀ ਸਾਰੇ ਪ੍ਰਚਾਰਕ ਵੀਰ, ਸਾਰੀ ਕੌਮ, ਸਮੂਹ ਇਨਸਾਫ ਪਸੰਦ ਲੋਕ ਡਟ ਕੇ ਖੜੀਏ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਮੇਤ ਮੈਂ ਕਹਿੰਦਾ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਈ ਜਿਹੜੀ ਜ਼ਰੂਰਤ ਹੈ, ਕੋਈ ਵੀ ਗੁੰਡਾ ਅਨਸਰ, ਫਿਰਕੂ ਅਨਸਰ, ਸਮਾਜ ਵਿਰੋਧੀ, ਮਨੁੱਖਤਾ ਵਿਰੋਧੀ ਬੰਦਾ ਨਾ ਕਰ ਸਕੇ ਜੀ। ਬੇਅਦਬੀ ਕਾਂਡ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਤਤਪਰ ਰਹੀਆਂ ਕਿ ਦੋਸ਼ੀ ਲੋਕਾਂ ਨੂੰ ਫੜਿਆ ਜਾਵੇ, ਗ੍ਰਿਫਤਾਰੀ ਹੋਵੇ, ਕਾਰਵਾਈ ਹੋਵੇ। ਪ੍ਰਸ਼ਾਸਨ ਵੱਲੋਂ, ਸੈੱਟ ਵੱਲੋਂ 7 ਤੋਂ ਵਧੇਰੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ, ਜੇਲ੍ਹ ਭੇਜਿਆ ਗਿਆ, ਰਾਮ ਰਹੀਮ ਨੂੰ ਵਿੱਚ ਨਾਮਜ਼ਦ ਕੀਤਾ ਗਿਆ। ਕੀ ਤੁਸੀਂ ਸੰਤੁਸ਼ਟ ਹੋ ਇਸ ਗੱਲ ਤੋਂ? ਦੇਖੋ ਜੀ, ਇੰਨੀ ਗੱਲ ਤੋਂ ਇਹ ਕੰਪਲੀਟ ਤੌਰ ਤੇ ਸੰਤੁਸ਼ਟੀ ਤਾਂ ਨਹੀਂ ਹੋ ਸਕਦੀ। ਇਹ ਠੀਕ ਹੈ ਕਿ ਸਿੱਟ ਨੇ ਥੋੜ੍ਹੇ ਜਿਹੇ ਕਦਮ ਵਧਾਏ ਹੈ, ਪਰ ਮੈਂ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਸ਼ਕਤੀ ਦੇ ਉੱਤੇ ਕੰਮ ਕਰਦੀ ਹੈ ਇਹ ਗੱਲ। ਸਿੱਟ ਤਾਂ ਮੌੜ ਬੰਬ ਕਾਂਡ ਵੀ ਬਿਲਕੁਲ ਨੇੜੇ ਪਹੁੰਚ ਗਈ ਸੀ, ਲੱਭ ਲਿਆ ਸੀ ਕਿ ਕਿਵੇਂ ਸੌਦਾ ਸਾਧ ਨਾਲ ਤਾਰਾਂ ਜੁੜਦੀਆਂ, ਪਰ ਉਹ ਫਿਰ ਪੋਲੀਟੀਕਲ ਪ੍ਰੈਸ਼ਰ ਪੈ ਗਿਆ, ਉਹ ਮੌੜ ਬੰਬ ਕਾਂਡ ਵਿੱਚੇ ਰੁਲ ਗਿਆ। ਨਾਲ ਮੌੜ ਬੰਬ ਕਾਂਡ ਦਾ ਵੀ ਇਹ ਕਾਰਨ। ਤੇ ਮੈਂ ਕਹਿੰਦਾ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੀਆਂ ਦੋਨੋਂ ਸਿੱਟਾਂ ਨੇ, ਭਾਵੇਂ ਉਹ ਗੋਲੀकांड ਦੀ ਜਾਂਚ ਕਰਨ ਵਾਲੀ ਪ੍ਰਮੋਦ ਕੁਮਾਰ ਦੀ ਸਿੱਟ ਹੈ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਬੜੇ ਇਮਾਨਦਾਰ ਆਫੀਸਰ ਹੈਗੇ ਨੇ, ਔਰ ਭਾਵੇਂ ਉਹ ਖੱਟੜਾ ਜੀ ਦੀ ਸਿੱਟ ਹੈ, ਇਹਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦਿਓ ਤਾਂ ਮੈਂ ਕਹਿੰਦਾ ਬੇਅਦਬੀ ਦਾ ਵੀ, ਗੋਲੀकांड ਦਾ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ। ਵੋਟਾਂ ਨਾ ਵੇਖੋ, ਗੁਰੂ ਵੇਖੋ। ਗੁਰੂ ਨੇ ਤਾਕਤ ਦਿੱਤੀ ਹੈ, ਸਾਡਾ ਗੁਰੂ ਜਿਹੜਾ ਸਭ ਕੁਝ ਹੈ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਬੱਤ ਦਾ ਭਲਾ ਮੰਗਣਾ ਸਿਖਾਉਂਦਾ ਹੈ। ਤੇ ਇਸ ਮਸਲੇ ਤੇ ਘੱਟੋ ਘੱਟ ਸਿਆਸਤ ਨਾ ਕਰੋ, ਇਨਸਾਫ ਦਿਓ ਜੀ। ਉਦੋਂ ਦੀ ਮੌਕੇ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਤੇ ਤੁਸੀਂ ਵੱਡੇ ਦੋਸ਼ ਲਾਏ। ਰੁਪਿੰਦਰ ਤੇ ਜਸਵਿੰਦਰ ਨੂੰ ਗ੍ਰਿਫਤਾਰ ਕੀਤਾ ਹੈ। ਤੁਸੀਂ ਕਹਿੰਦੇ ਕਿ ਖਾਲੀ ਜਿਹੜੇ ਚਿੱਕਾਂ ਤੇ ਸਾਈਨ ਕਰਕੇ ਦੇ ਦਿੱਤੇ ਸੀ, ਜਿੰਨੀ ਮਰਜ਼ੀ ਰਕਮ ਭਰ ਲਓ, ਕਿ ਫਲਾਣੇ ਜਿਹੜੇ ਪ੍ਰਚਾਰਕਾਂ ਦੇ ਨਾਮ ਲੈ ਦਿਓ। ਕੀ ਉਹ ਦੋਖੀ ਹੈ? ਉਹ ਵੀ ਤਾਂ ਅੰਮ੍ਰਿਤਧਾਰੀ ਹੈ। ਸੁਖਬੀਰ ਸਿੰਘ ਬਾਦਲ ਦਾ ਵੀ ਅੰਮ੍ਰਿਤਪਾਨ ਕੀਤਾ, ਪ੍ਰਕਾਸ਼ ਸਿੰਘ ਬਾਦਲ ਦਾ ਵੀ ਅੰਮ੍ਰਿਤਪਾਨ ਕੀਤਾ, ਪੂਰਾ ਪਰਿਵਾਰ ਦਾ ਅੰਮ੍ਰਿਤਪਾਨ ਕੀਤਾ। ਫਿਰ ਉਹ ਗੁਰੂ ਦੇ ਦੋਖੀ ਕਿਉਂ ਹੋਣਗੇ? ਕਿਉਂ ਕਿਸੇ ਪ੍ਰਚਾਰਕਾਂ ਦਾ ਨਾਂ ਦਵਾਉਣਗੇ? ਕਿਉਂ ਉਹ ਇੰਨੀ ਰਕਮ ਦੇਣਗੇ? ਕਿਉਂ ਕਿਸੇ ਨੂੰ ਇਸ ਤਰ੍ਹਾਂ ਟਾਰਗੇਟ ਕਰਨਗੇ? ਦੇਖੋ ਜੀ, ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪੂਰਾ ਇਹਨਾਂ ਦਾ ਪਿੱਛੋਂ ਤੋਂ ਇਹ ਕੌਮ ਨਾਲ ਗਦਾਰੀਆਂ ਕਰਦੇ ਰਹੇ ਨੇ, ਇਹਨਾਂ ਦੇ ਪੁਰਖਿਆਂ ਤੋਂ ਲੈ ਕੇ ਸਾਰਾ, ਉਹਦੀ ਇੱਕ ਵੱਖਰਾ ਇੱਕ ਮੈਟਰ ਬਣਦਾ, ਸਾਰਾ ਵੱਖਰੀ ਇੰਟਰਵਿਊ ਬਣਦੀ ਹੈ। ਤਾਂ ਇਹ ਜਦੋਂ ਜਿਹੜੇ ਬੰਦੇ ਸ਼ਰੇਆਮ ਇਹ ਕਹਿ ਰਹੇ ਨੇ, ਵੋਟਾਂ ਮੌਕੇ ਇਹਨਾਂ ਦੇ ਬੰਦੇ ਇਹ ਕਹਿੰਦੇ ਰਹੇ ਕੈਂਡੀਡੇਟ ਕਿ ਸਾਨੂੰ ਵੋਟਾਂ ਪਾਓ ਸੌਦਾ ਸਾਧ ਦੇ ਚੇਲਿਆਂ ਨੂੰ, ਅਸੀਂ ਸੌਦਾ ਸਾਧ ਨੂੰ ਪੰਜਾਬ ਵਿੱਚ ਲੈ ਕੇ ਆਵਾਂਗੇ। ਛਤਰਸ਼ਾਹੀ ਇਹਨਾਂ ਨੇ, ਜਿਹੜੇ ਬੰਦੇ ਬਿਨਾਂ ਮੰਗਿਆ ਮਾਫੀ ਮੰਗਵਾ ਦਿੰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ, ਅਕਾਲ ਤਖਤ ਸਾਹਿਬ ਦਾ ਸਿਧਾਂਤ ਮਲੀਆ ਮੇਟ ਕਰ ਦਿੰਦੇ ਨੇ, ਔਰ ਆਪ ਜਾ ਕੇ ਸੌਦਾ ਸਾਧ ਦੇ ਗਿੱਟਿਆਂ ਵਿੱਚ ਬੈਠੇ ਰਹਿੰਦੇ ਸੀ, ਉਹਨਾਂ ਦੇ ਮਤਲਬ ਜੁੱਤੀਆਂ ਚੱਟਣ ਤੱਕ ਜਾਂਦੇ ਸੀ ਇਹ ਲੋਕ। ਸੋ ਇਸ ਕਰਕੇ ਇਹ ਕੁੱਲ ਮਿਲਾ ਕੇ ਸਿੱਖ ਨਹੀਂ। ਔਰ ਨਾਲ ਮੈਂ ਇਹ ਕਹਿਣਾ ਕਿ ਮੌਜੂਦਾ ਸਮੇਂ 'ਚ ਤੁਸੀਂ ਵੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਬਣਾਇਆ, ਇਹ ਇਹਨਾਂ ਨੇ ਸੌਦਾ ਸਾਧ ਦਾ ਪੱਕਾ ਸਮਰਥਕ ਬਣਾਇਆ। ਗੋਬਿੰਦ ਸਿੰਘ ਲੌਂਗੋਵਾਲ ਸੌਦਾ ਸਾਧ ਦਾ ਚੇਲਾ ਹੈ। ਮੈਂ ਕੋਈ ਵਧਾ ਚੜਾ ਕੇ ਗੱਲ ਨਹੀਂ ਕਰ ਰਿਹਾ, ਵਿਦ ਪ੍ਰੂਫ ਕਰ ਰਿਹਾ। ਤੁਸੀਂ 22 ਸਤੰਬਰ 2005 ਦਾ ਟ੍ਰਿਬਿਊਨ ਪੜ੍ਹੋ, ਉਹਦੇ ਵਿੱਚ ਇਹ ਨਿਊਜ਼ ਛਪੀ ਹੈ ਬਕਾਇਦਾ ਕਿ 21 ਸਤੰਬਰ 2005 ਨੂੰ ਜਦੋਂ ਸੌਦਾ ਸਾਧ ਦੇ ਚੇਲਿਆਂ ਨੇ ਮਤਲਬ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰਾ ਇਸ ਕਰਕੇ ਕੀਤਾ ਸੀ ਕਿ CBI ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਉਹਦੇ ਚੇਲੇ ਕਹਿੰਦੇ ਵੀ ਇਹ ਤਾਂ ਸਾਡਾ ਰਹਿਬਰ ਹੈ ਤੇ ਇਹਦੀ ਜਾਂਚ ਦੁਨਿਆਵੀ CBI ਕਿਵੇਂ ਕਰ ਸਕਦੀ ਹੈ। ਤਾਂ ਉਹਨਾਂ ਨੇ ਰੋਸ ਜਤਾਇਆ DC ਦਫ਼ਤਰ ਸੰਗਰੂਰ ਦੇ ਅੱਗੇ। ਤਾਂ ਉਸ ਰੋਸ ਮਾਰਚ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਹੋਇਆ। ਇਹੋ ਜਿਹੇ ਸੌਦਾ ਸਾਧ ਦੇ ਕੱਟੜ ਸਮਰਥਕ ਨੂੰ ਸਿੱਖਾਂ ਦੇ ਸਿਰ ਤੇ ਬਿਠਾਤਾ, ਲਿਆ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਤਾ ਸੁਖਬੀਰ ਨੇ। ਔਰ ਇਹ ਤੋਂ ਇਲਾਵਾ ਬੜੇ ਮਸਲੇ ਆ 267 ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇ ਵਿੱਚ ਹੀ ਹੈ ਨਹੀਂ। 35 ਸਰੂਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਦੇ ਹਸਤਾਖਰਾਂ ਨਾਲ ਮਲੇਰਕੋਟਲੇ ਏਰੀਏ ਦੇ ਵਿੱਚੋਂ ਚੱਕੇ ਗਏ ਸੀ, ਉਹ ਵੀ ਅਸੀਂ ਮਸਲਾ ਸਿੱਟ ਕੋਲ ਲੈ ਕੇ ਗਏ ਸੀਗੇ। ਸੋ ਮੇਰਾ ਮਤਲਬ ਹੈ ਇਹ ਕੁੱਲ ਮਿਲਾ ਕੇ ਬਿਲਕੁਲ ਸਿੱਖੀ ਦੇ ਐਂਟੀ ਹੋ ਕੇ ਭੁਗਤਦਾ। ਔਰ ਮੈਂ ਤਾਂ ਜਿਸ ਤਰ੍ਹਾਂ ਇਹ ਸੌਦਾ ਸਾਧ ਦੀ ਸੇਵਾ ਕੀਤੀ ਸੁਖਬੀਰ ਨੇ, ਇਹਨੂੰ ਇੱਕ ਸੁਝਾਅ ਦੇਣਾ ਚਾਹੁੰਦਾ ਕਿ ਪੰਥ ਤੇ ਪੰਜਾਬ ਦਾ ਖਹਿੜਾ ਛੱਡ ਕੇ
ਤੂੰ ਸੌਦਾ ਸਾਧ ਵਾਲੀ ਗੱਦੀ ਦਾ ਵਾਰਸ ਬਣ, ਉਹ ਸੰਭਾਲ ਸੌਦਾ ਸਾਧ ਦਾ ਜਿਹੜਾ ਆਪਣਾ ਲੈ ਕੇ ਉਧਰਲੇ ਪਾਸੇ ਤੁਰ ਜੇ, ਕਿਉਂਕਿ ਸੇਵਾ ਤਾਂ ਤੂੰ ਉਹਨਾਂ ਦੀ ਕਰ ਰਹੇ ਹੈ, ਪੰਥ ਦਾ ਤਾਂ ਤੂੰ ਖੂਨ ਪੀ ਰਹੇ ਹੋ ਤੁਸੀਂ ਲੋਕ ਜੀ। ਬਾਦਲਾਂ ਤੇ ਸਵਾਲ ਖੜੇ ਕਰਤੇ। ਦੁਗਾਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਣਾ ਤੇ ਸਵਾਲ ਖੜੇ ਕਰਤੇ ਕਿ ਪੱਕਾ ਡੇਰਾ ਪ੍ਰੇਮੀ ਆ। ਉਹਨਾਂ ਦਾ ਵੀ ਅੰਮ੍ਰਿਤਪਾਨ ਕੀਤਾ, ਉਹਨਾਂ ਦੇ ਵੀ ਦਾੜੇ ਸਜਾਏ ਆ, ਉਹਨਾਂ ਦੀਆਂ ਦਸਤਾਰਾਂ ਸਜਾਈਆਂ, ਤੁਹਾਡੇ ਵੀ ਗਾਤਰਾ ਪਾਇਆ, ਉਹਨਾਂ ਦੇ ਵੀ ਗਾਤਰਾ ਪਾਇਆ, ਤੁਸੀਂ ਵੀ ਉਹੋ ਜਿਹੇ ਤੇ ਉਹ ਵੀ ਉਹੋ ਜਿਹੇ, ਫਿਰ ਗੁਰੂ ਦਾ ਸੱਚਾ ਸਿੱਖ ਕਿਹਨੂੰ ਮੰਨਿਆ ਜਾਵੇ? ਦੇਖੋ ਜੀ, ਸੱਚਾ ਸਿੱਖ ਤਾਂ ਉਹਦੀਆਂ ਹਰਕਤਾਂ ਤੋਂ ਪਤਾ ਲੱਗਣਾ। ਜੇ ਦਸਤਾਰ ਦੀ ਗੱਲ ਕਰਦੇ ਹੋ, ਦਸਤਾਰ KPS ਗਿੱਲ ਨੇ ਵੀ ਸਜਾਈ ਸੀ। ਦਸਤਾਰ ਜਿਹੜੀ ਹੈ ਬੇਅੰਤ ਸਿੰਘ ਜਿਹੜਾ ਮੁੱਖ ਮੰਤਰੀ ਰਿਹਾ, ਜਿਹਨੇ ਐਡੇ ਵੱਡੇ ਪੱਧਰ ਤੇ ਝੂਠੇ ਪੁਲਿਸ ਮੁਕਾਬਲੇ ਕੀਤੇ, ਉਹਨੇ ਵੀ ਸਜਾਈ ਸੀ। ਸੋ ਇਸ ਕਰਕੇ ਮਸਲਾ ਲਿਬਾਸ ਦਾ ਨਹੀਂ ਹੈ ਇਕੱਲੇ ਦਾ, ਇਹ ਹਰਕਤਾਂ ਤੋਂ ਪਛਾਣੇ ਜਾਂਦੇ ਆ ਪ੍ਰਮੁੱਖ ਤੌਰ ਤੇ। ਸੋ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਨੇ ਉਹ ਦੱਸਦੀਆਂ ਨੇ ਕਿ ਸਿੱਖਾਂ ਦੇ ਐਂਟੀ ਭੁਗਤਦੇ ਆ, ਕਿਵੇਂ ਇਹ ਪੁਸਤਪਨਾਈ ਕਰਦੇ ਆ। ਨਾਲ ਮੈਂ ਤੁਹਾਡੇ ਹੋਰ ਧਿਆਨ 'ਚ ਲਿਆਉਣਾ, ਜਦੋਂ ਬੇਅਦਬੀ ਘਟਨਾਕ੍ਰਮ ਦੇ ਵਿੱਚ ਸ਼ਾਮਲ ਕੀਤਾ ਗਿਆ ਕੁਝ ਡੇਰਾ ਪ੍ਰੇਮੀਆਂ ਨੂੰ, ਜਿਹਦੇ ਵਿੱਚ ਜਤਿੰਦਰ ਵੀਰ ਜਿੰਮੀ ਤੇ ਕੁਲਦੀਪ ਪ੍ਰੇਮੀ ਦਾ ਨਾਂ ਆਇਆ, ਤਾਂ ਉਹ ਬੰਦਿਆਂ ਦਾ ਨਾਂ ਬੇਅਦਬੀ ਘਟਨਾਕ੍ਰਮ ਦੇ ਵਿੱਚ ਆਉਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਤੋਂ ਦੁਕਾਨਾਂ ਨਹੀਂ ਛਡਵਾਈਆਂ ਜਿਹੜੀਆਂ ਉਹਨਾਂ ਨੂੰ ਕਿਰਾਏ ਤੇ ਦਿੱਤੀਆਂ ਸੀ ਭਗਤਾ ਭਾਈਕੇ ਦੇ ਵਿੱਚ। ਜਦੋਂ ਇਸ ਗੱਲ ਦਾ ਸਾਨੂੰ ਪਤਾ ਲੱਗਿਆ ਤਾਂ ਮੈਂ ਯਕਦਮ ਉਸੇ ਵਕਤ ਵੀਡੀਓ ਪਾਈ। ਮੈਂ ਕਿਹਾ ਵੀ ਤੁਸੀਂ ਜੇ ਨਹੀਂ ਕਰਵਾਉਂਦੇ ਖਾਲੀ, ਜਿਹੜੇ ਬੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਖਿਲਾਰਦੇ ਆ, ਤੁਸੀਂ ਉਹਨਾਂ ਦਾ ਆਰਥਿਕ ਪੱਖ ਮਜ਼ਬੂਤ ਕਰਨ ਲੱਗੇ ਹੋ, ਉਹਨਾਂ ਨੂੰ ਦੁਕਾਨਾਂ ਦਿੱਤੀਆਂ ਕਿਰਾਏ ਤੇ ਜੇ ਤੁਸੀਂ ਨਹੀਂ ਕਰਦੇ ਫਿਰ ਅਸੀਂ ਕਰਾਂਗੇ। ਫਿਰ ਇਹਨਾਂ ਨੂੰ ਮਜਬੂਰੀ ਬਸ ਉਹ ਪ੍ਰੇਮੀਆਂ ਦੀਆਂ ਦੁਕਾਨਾਂ ਜਿਹੜੀਆਂ ਖਾਲੀ ਕਰਵਾਉਣੀਆਂ ਪਈਆਂ। ਮਤਲਬ ਇਹ ਬਹੁਤ ਮਿਸਾਲਾਂ ਭਰੀਆਂ ਪਈਆਂ ਨੇ। ਹੁਣ ਤੁਸੀਂ ਵੇਖ ਲਓ, ਐਡਾ ਘਟਨਾਕ੍ਰਮ ਹੋ ਗਿਆ, ਨਾਮਜ਼ਦ ਹੋ ਗਿਆ ਗੁਰਮੀਤ ਰਾਮ ਰਹੀਮ ਦਾ ਨਾਮ। ਕੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ, ਉਹਦਾ ਕੋਈ ਬਿਆਨ ਆਇਆ ਇਹਦੇ ਤੇ? ਹਰਸਿਮਰਤ ਨੇ ਕਿਹਾ ਵੀ ਸੌਦਾ ਸਾਧ ਮਾੜਾ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਕਹਾਉਂਦਾ ਆਪਣੇ ਆਪ ਨੂੰ। ਸੋ ਕੁੱਲ ਮਿਲਾ ਕੇ ਇਹ ਟੋਟਲੀ ਪੰਥ ਦੇ ਉਲਟ ਭੁਗਤਣ ਵਾਲੇ ਲੋਕ ਨੇ। ਇਹਨਾਂ ਨੂੰ ਹੁਣ ਪੰਥ ਤੇ ਪੰਜਾਬ ਦੀ ਜਨਤਾ ਪਛਾਣ ਚੁੱਕੀ ਹੈ ਜੀ। ਅਸਲ ਦੇ ਵਿੱਚ ਹੋਣਾ ਕੀ ਚਾਹੀਦਾ? ਤੁਸੀਂ ਵਾਰ-ਵਾਰ ਗੁਰਮੀਤ ਰਾਮ ਰਹੀਮ ਦਾ ਨਾਮ ਲੈ ਰਹੇ ਹੋ, ਉਹਨਾਂ ਨੂੰ ਸੌਦਾ ਸਾਧ ਕਹਿ ਰਹੇ ਹੋ। ਉਹ ਆਪਣੇ ਤਰੀਕੇ ਆਪਣਾ ਧਰਮ ਚਲਾ ਰਹੇ ਨੇ, ਆਪਣੀ ਸੰਸਥਾ ਚਲਾ ਰਹੇ ਨੇ, ਆਪਣੀ ਡੇਰਾ ਚਲਾ ਰਹੇ ਨੇ। ਹਾਲਾਂਕਿ ਚਲੋ ਕਾਨੂੰਨ ਨੇ ਉਹਨਾਂ ਨੂੰ ਬੰਨ੍ਹਿਆ, ਸਨਾਰੀਆ ਜੇਲ੍ਹ ਦੇ ਵਿੱਚ ਨੇ, ਪਰ ਬੇਅਦਬੀ ਕਾਂਡ ਨੂੰ ਲੈ ਕੇ ਅਸਲ ਹੋਣਾ ਕੀ ਚਾਹੀਦਾ? ਅਸਲ ਦੋਸ਼ੀ ਕੌਣ ਨੇ? ਕੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ? ਕਾਨੂੰਨ ਕੀ ਕਰੇ? ਸਰਕਾਰ ਕੀ ਕਰੇ? ਸਰਕਾਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੇ, ਇਮਾਨਦਾਰੀ ਨਾਲ ਇਹਨਾਂ ਨੂੰ ਜਾਂਚ ਕਰਨ ਦੇਵੇ ਸਿੱਟ ਟੀਮਾਂ ਨੂੰ। ਔਰ CBI ਜਿਹੜੀ ਹੈ ਉਹ ਅੜਚਣਾ ਨਾ ਪਾਵੇ। ਉਹੀ CBI ਜਿਹੜੀ ਕਦੇ ਕਲੋਜ਼ਰ ਰਿਪੋਰਟ ਪੇਸ਼ ਕਰਦੀ ਹੈ ਤੇ ਹੁਣ ਅਦਾਲਤ 'ਚ ਜਾਂਦੀ ਹੈ ਕਿ ਜੀ ਇਹ ਜਾਂਚ ਹੀ ਨਾ ਕਰੇ, ਸਿੱਟ ਜਾਂਚ ਹੀ ਨਹੀਂ ਕਰ ਸਕਦੀ। ਦੇਖੋ ਕੈਸੀਆਂ ਗੱਲਾਂ। ਇਹ ਵੀ ਮੈਂ ਸਮਝਦਾ ਵੀ ਇਹਦੇ ਵਿੱਚ ਵੀ ਬਦਲ ਕੇ ਜਿਹੜੇ ਦੋਸ਼ੀ ਨੇ ਉਹ ਕੇਂਦਰ ਸਰਕਾਰ ਦੇ ਰਾਹੀਂ CBI ਨੂੰ ਜੂਝ ਕਰਕੇ ਉਹ ਚਾਹੁੰਦੇ ਆ ਕਿ ਜਾਂਚ ਇੱਥੇ ਰੁਕ ਜੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਜੇ ਸੌਦਾ ਸਾਧ ਨੂੰ ਸੱਦ ਕੇ ਉਹਦੀ ਤਫਤੀਸ਼ ਹੋਈ, ਜੇ ਉਹਦੀ ਛਾਣਬੀਣ ਹੋਈ ਸਖਤੀ ਨਾਲ, ਤਾਂ ਸੌਦਾ ਸਾਧ ਨੇ ਸੁਖਬੀਰ ਬਾਦਲ ਹੋਰਾਂ ਦਾ ਨਾਂ ਧਰ ਦੇਣਾ ਹੈ ਕਿ ਸ਼ਾਇਦ ਤਾਂ ਮੈਨੂੰ ਤੁਹਾਡੇ ਬੰਦੇ ਦਿੰਦੇ ਸੀਗੇ, ਮੈਨੂੰ ਤਾਂ ਪੂਰੀ ਸਰਪ੍ਰਸਤੀ ਸੀਗੀ। ਸੋ ਇਸ ਕਰਕੇ ਹੋਣਾ ਤਾਂ ਇਹ ਚਾਹੀਦਾ ਹੈ ਕਿ ਇਹੋ ਜਿਹਾ ਫੈਸਲਾ ਹੋਵੇ ਚੰਗਾ ਇਨਸਾਫ ਦਾ ਕਿ ਦੁਨੀਆ ਭਰ 'ਚ ਵੱਸਦੇ ਸਿੱਖਾਂ ਦੇ ਹਿਰਦੇ ਠੰਡੇ ਹੋਣ ਔਰ ਭਵਿੱਖ ਵਿੱਚ ਕੋਈ ਗੁੰਡਾ ਅਨਸਰ ਐਸੀ ਹਿਮਾਕਤ ਕਰਨ ਦੀ ਜ਼ੁਰਤ ਨਾ ਕਰ ਸਕੇ। ਗੁਰਮੀਤ ਰਾਮ ਰਹੀਮ ਸਮੇਤ ਸੈਣੀ, ਸੁਖਬੀਰ ਬਾਦਲ ਸਮੇਤ ਭਾਵੇਂ ਕੋਈ ਵੱਡਾ ਛੋਟਾ ਅਹੁਦੇਦਾਰ ਹੈ, ਕੋਈ ਜਿੱਡਾ ਮਰਜ਼ੀ ਆਪਣੇ ਆਪ ਨੂੰ ਕਹਾਉਂਦਾ ਹੋਵੇ, ਕਿਸੇ ਨੂੰ ਬਖਸ਼ਿਆ ਨਾ ਜਾਵੇ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟੰਗਿਆ ਜਾਣਾ ਚਾਹੀਦਾ ਤੇ ਬੇਕਸੂਰਾਂ ਵੱਲ ਕਿਸੇ ਵੱਲ ਉਂਗਲ ਨਹੀਂ ਹੋਣੀ ਚਾਹੀਦੀ। ਵੱਡੇ ਵੱਡੇ ਲੀਡਰਾਂ ਦੇ ਨਾਮ ਲੈਂਦੇ ਹੋ ਜੀ, ਚਾਹੇ ਤਤਕਾਲੀ ਸਰਕਾਰ ਹੈ, ਚਾਹੇ ਸਮੇਂ ਦੀ ਬੀਤੇ ਸਮੇਂ ਦੀ ਸਰਕਾਰ ਹੈ, ਚਾਹੇ ਸੌਦਾ ਸਾਧ ਤੁਸੀਂ ਕਹਿ ਰਹੇ ਹੋ, ਵੱਡੇ ਵੱਡੇ ਲੋਕਾਂ ਦੇ ਨਾਮ ਲੈਂਦੇ ਹੋ, ਡਰ ਨਹੀਂ ਲੱਗਦਾ? ਡਰ ਤਾਂ ਜੀ ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਹੈ, ਕਿਉਂਕਿ ਜਦੋਂ ਆਪਾਂ ਇਸ ਪਾਸੇ ਤੁਰਦੇ ਹਾਂ ਤਾਂ ਡਰ ਡਰ ਤਾਂ ਅੰਦਰੋਂ ਨਿਕਲ ਜਾਂਦਾ ਹੈ। ਬਾਕੀ ਰੱਖਣ ਵਾਲਾ ਤਾਂ ਪ੍ਰਮਾਤਮਾ ਹੈ। ਜਿਵੇਂ ਇਹਨਾਂ ਨੇ ਪਲੈਨਿੰਗਾਂ ਬਣਾਈਆਂ ਸੀ ਉੱਥੇ ਬਹੁਤ ਕੁਝ ਹੋ ਸਕਦਾ ਸੀਗਾ, ਤਾਂ ਪਰ ਮਤਲਬ ਡਰ ਵਾਲੀ ਕੋਈ ਗੱਲ ਨਹੀਂ, ਇਹ ਗੁਰੂ ਦੀ ਬਖਸ਼ਿਸ਼ ਹੈ। ਔਰ ਮੈਂ ਤਾਂ ਉਦੋਂ ਵੀ, ਮੈਂ ਤੁਹਾਨੂੰ ਆ ਰਿਕਾਰਡ ਵੀ ਦਿਖਾ ਦਿੰਦਾ, ਜਦੋਂ ਅਸੀਂ ਰੋਸ ਜਤਾਇਆ, ਸਾਡੇ ਘਰ ਛਾਪਾ ਮਾਰ ਕੇ, ਮੈਨੂੰ ਟੌਰਚਰ ਬੜਾ ਕੀਤਾ ਇਹਨਾਂ ਨੇ, ਘਰ ਛਾਪਾ ਮਾਰ ਕੇ ਮੈਨੂੰ ਫੜਨ ਵਾਸਤੇ ਆਈ ਪੁਲਿਸ ਬਾਦਲ ਕਿਆਂ ਦੀ। ਤਾਂ ਮੈਂ ਘਰ ਨਹੀਂ ਸੀ, ਮੇਰੇ ਪਿਤਾ ਜੀ ਸਰਦਾਰ ਛੱਜੂ ਸਿੰਘ ਉਸ ਵਕਤ ਘਰ ਸੀਗੇ। ਤਾਂ ਉਹਨਾਂ ਨੇ ਉਹ ਕਹਿੰਦੇ ਜੀ ਤੁਸੀਂ ਵਗ ਚਲੋ ਨਾਲ ਸਾਡੇ। ਉਹ ਕਹਿੰਦੇ ਵੀ ਮੈਨੂੰ ਕਾਲੇ ਪੀਲੀਏ ਦੀ ਪ੍ਰੋਬਲਮ ਹੈ, ਮੇਰੀ ਦਵਾਈ ਚੱਲਦੀ ਹੈ, ਮੈਂ ਨਹੀਂ ਜਾ ਸਕਦਾ। ਕਹਿੰਦੇ ਨਹੀਂ ਚਲੋ। ਉਸ ਵਕਤ ਦੀ ਖਬਰ ਹੈ ਜਦੋਂ ਇਹਨਾਂ ਨੇ ਜੇਲ੍ਹ ਵਿੱਚ ਬਿਨਾਂ ਕਿਸੇ ਕਾਰਨ ਤੋਂ ਮੇਰੇ ਪਿਤਾ ਜੀ ਨੂੰ ਜੇਲ੍ਹ ਦੇ ਵਿੱਚ ਸੁੱਟਿਆ। ਮੈਂ ਉਸ ਵਕਤ ਵੀ ਇਹ ਗੁਰੂ ਦੀ ਕਿਰਪਾ ਨਾਲ, ਇਹ 'ਚ ਬੰਦੇ ਦੀ ਕੋਈ ਗੱਲ ਨਹੀਂ, ਮੇਰੀ ਕੋਈ ਔਕਾਤ ਨਹੀਂ ਹੈ, ਮੈਂ ਤਾਂ ਇੱਕ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਇੱਕ ਕਿਣਕਾ ਵੀ ਨਹੀਂ। ਮੇਰੇ ਵਰਗੇ ਛੋਟੇ ਬੰਦੇ, ਗਰੀਬ ਬੰਦੇ, ਨਤਾਣੇ ਬੰਦੇ ਐਡੇ ਵੱਡੇ ਮਗਰਮੱਛਾਂ ਨਾਲ, ਐਡੇ ਵੱਡੇ ਹਾਥੀਆਂ ਨਾਲ, ਸਮੇਂ ਦੇ ਹਾਕਮਾਂ ਨਾਲ ਕੋਈ ਗੱਲ ਲੜ ਸਕਦੇ ਆ, ਪਰ ਗੁਰੂ ਸਾਡਾ ਸਮਰੱਥ ਹੈ।
ਇਹ ਮਤਲਬ ਉਸ ਵਕਤ ਵੀ ਮੈਂ ਜਿਹੜੀ ਬੇਨਤੀ ਗੁਰੂ ਦੀ ਕਿਰਪਾ ਨਾਲੇ ਕਹੀ ਸੀ, ਬੇਸ਼ੱਕ ਮੇਰੇ ਸਾਰੇ ਪਰਿਵਾਰ ਨੂੰ ਜੇਲ੍ਹਾਂ 'ਚ ਡੱਕ ਦੇਣ, ਮੈਂ ਸੱਚ ਬੋਲਣਾ ਬੰਦ ਨਹੀਂ ਕਰਾਂਗਾ। ਮਤਲਬ ਜਿੰਨਾ ਮਰਜ਼ੀ ਤੁਸੀਂ ਜਲੀਲ ਕਰ ਲਓ। ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਔਰ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ। ਅਸੀਂ ਤਾਂ ਚਲੋ ਗੱਲ ਕਰਦੇ ਹਾਂ, ਸਾਹਮਣੇ ਵੀ ਸੰਗਤ ਦੇ ਆਉਨੇ ਆ, ਪਰ ਮੈਂ ਕਹਿੰਦਾ ਜਿਹੜੇ ਮੈਂ ਉਹਨਾਂ ਪ੍ਰਬੰਧਕਾਂ ਨੂੰ ਸਲੂਟ ਕਰਨਾ ਚਾਹੁੰਦਾ ਕਿ ਜਦੋਂ ਪੁਲਿਸ ਪਿੰਡ ਵਿੱਚ ਗੇੜੇ ਮਾਰਦੀ ਸੀ, ਬੁਰਜਵਾਰ ਸਿੰਘ ਵਾਲੇ ਜਾਂ ਹੋਰ ਪਿੰਡਾਂ ਦੇ ਵਿੱਚ ਪੁਲਿਸ ਗੇੜੇ ਮਾਰਦੀ ਰਹੀ ਔਰ ਬਾਦਲ ਕਿਆਂ ਦੇ ਬੰਦੇ ਧਮਕੀਆਂ ਦਿੰਦੇ ਰਹੇ ਸਾਡੇ ਪ੍ਰਬੰਧਕਾਂ ਨੂੰ। ਕਈ ਪਿੰਡਾਂ 'ਚ ਇਹ ਹੋਇਆ ਕਿ ਜੇ ਤੁਸੀਂ ਇੱਥੇ ਮਾਝੀ ਨੂੰ ਬਾੜਿਆ ਦੀਵਾਨ 'ਚ, ਤੁਹਾਡੇ ਅਸੀਂ ਪੁਰਾਣੇ ਖੇਸ ਖੋਲ੍ਹ ਦਿਆਂਗੇ। ਪਰ ਉਹਨਾਂ ਸਲੂਟ ਹੈ ਉਹਨਾਂ ਸਾਡੇ ਪ੍ਰਬੰਧਕਾਂ ਨੂੰ, ਕਹਿੰਦੇ ਜੋ ਮਰਜ਼ੀ ਕਰ ਲਓ ਪਰ ਇੱਥੇ ਗੁਰਮਤਿ ਦਾ ਪ੍ਰਚਾਰ ਹੋਊਗਾ। ਸੋ ਸੰਗਤ ਨੇ ਸਹਿਯੋਗ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਦਿੱਤਾ ਜੀ। ਡਰਦੇ ਨਹੀਂ, ਸੰਗਤ ਨੇ ਸੰਯੋਗ ਵੱਡੇ ਪੱਧਰ ਤੇ ਦਿੱਤਾ, ਮੱਥਾ ਵੱਡੇ ਲੋਕਾਂ ਨਾਲ ਲਾਇਆ, ਸਟੇਜਾਂ ਤੇ ਬੈਠ ਕੇ ਬੋਲੇ, ਲੰਮੇ ਸਮੇਂ ਤੋਂ ਬੋਲਦੇ ਆ ਰਹੇ ਹੋ, ਡਰ ਤੁਹਾਨੂੰ ਲੱਗਦਾ ਨਹੀਂ। ਪਰ ਸਾਥ ਤੁਹਾਡਾ ਕਿਹਨੇ ਦਿੱਤਾ? ਸਿੱਖ ਪ੍ਰਚਾਰਕਾਂ ਨੇ ਦਿੱਤਾ, ਸਿੱਖ ਸੰਗਤ ਨੇ ਦਿੱਤਾ, ਸਾਡੇ ਧਾਰਮਿਕ ਆਗੂਆਂ ਨੇ ਦਿੱਤਾ, ਸ਼੍ਰੋਮਣੀ ਕਮੇਟੀ ਨੇ ਸਾਥ ਦਿੱਤਾ, ਜਾਂ ਤੁਹਾਡਾ ਸਰਕਾਰ ਨੇ ਸਾਥ ਦਿੱਤਾ? ਦੇਖੋ ਜੀ, ਸਾਥ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਗੁਰੂ ਦਾ ਸਾਥ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਪ੍ਰਮਾਤਮਾ ਦਾ ਸਾਥ ਹੈ ਤੇ ਪ੍ਰਮਾਤਮਾ ਸੰਗਤ ਦੇ ਵਿੱਚ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤਾਂ ਸੰਗਤ ਨੇ ਸਾਥ ਦਿੱਤਾ। ਬਾਕੀ ਪ੍ਰਚਾਰਕ ਵੀ ਵੀਰ ਜਿਹੜੇ ਸਹਿਯੋਗ ਦਿੰਦੇ ਰਹੇ ਸਮੇਂ-ਸਮੇਂ ਤੇ, ਕੋਈ ਐਸੀ ਗੱਲ ਨਹੀਂ। ਬਾਕੀ ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ ਬੜੇ ਅੜਚਣਾਂ ਲਾਈਆਂ, ਬੜੇ ਡਿੱਕੇ ਡਾਉਂਦੇ ਰਹੇ ਔਰ ਜਿਹੜਾ ਸਰਕਾਰ ਹੈ ਇਹਨਾਂ ਨੇ ਤਾਂ ਸਾਥ ਕੋਈ ਦੇਣਾ ਹੀ ਕੀ ਸੀਗਾ। ਬਿਲਕੁਲ ਜੀ, ਇਹਨਾਂ ਨੇ ਕੋਈ ਸਾਥ ਨਹੀਂ ਦਿੱਤਾ। ਸਰਕਾਰ ਨੇ ਸਾਥ ਨਹੀਂ ਦਿੱਤਾ, ਪਰ ਆਮ ਤੌਰ ਤੇ ਕਹਿੰਦੇ ਕਿਸੇ ਵੱਡੇ ਧਾਰਮਿਕ ਆਗੂ ਦੇ ਖਿਲਾਫ, ਕਿਸੇ ਧਰਮ ਦੇ ਖਿਲਾਫ ਬੋਲੋ ਤਾਂ ਸਿਕਿਉਰਿਟੀ ਤੁਰੰਤ ਮਿਲ ਜਾਂਦੀ ਹੈ ਜੀ। ਦੇਖੋ ਜੀ, ਮੈਂ ਬਾਕੀ ਤਾਂ ਜੋ ਮਿਲਦੀ ਹੈ ਉਹ ਸਾਰੇ ਸਮਾਜ ਨੂੰ ਪਤਾ ਹੀ ਹੈ, ਪਰ ਮੇਰੇ ਤੱਕ ਅਜੇ ਤੱਕ ਕਿਸੇ ਨੇ ਕੋਈ ਨਹੀਂ ਕੀਤਾ ਵੀ ਤੁਹਾਨੂੰ ਕੋਈ ਮਤਲਬ ਖਤਰਾ ਹੈ, ਮੈਨੂੰ ਕਿਸੇ ਨੇ ਆ ਕੇ ਪੁੱਛਿਆ ਹੋਵੇ। ਇਦਾਂ ਦੀ ਕੋਈ ਗੱਲ ਜਿਹੜੀ ਸਰਕਾਰ ਵੱਲੋਂ ਨਹੀਂ ਹੋਈ। ਔਰ ਮੈਂ ਕਹਿੰਦਾ ਵੀ ਜੇ ਭਵਿੱਖ 'ਚ ਵੀ ਇਹ ਗੱਲ ਮੈਂ ਸਪਸ਼ਟ ਕਹਿ ਹੀ ਦੇਣੀ ਚਾਹੁੰਦਾ, ਭਵਿੱਖ ਵਿੱਚ ਵੀ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਹਦਾ ਜਿਹੜੇ ਜ਼ਿੰਮੇਵਾਰ ਨੇ ਸੌਦਾ ਸਾਧ, ਸੁਖਬੀਰ ਬਾਦਲ ਤੇ ਮੌਜੂਦਾ ਸਰਕਾਰ ਹੋਊਗੀ। ਕਿਉਂਕਿ ਇਹ ਸਾਰਾ ਕੁਝ ਹੁਣ ਨੰਗਾ ਚਿੱਟਾ ਹੋ ਗਿਆ, ਸਾਰੇ ਮੀਡੀਆ ਦੇ ਵਿੱਚ ਸਾਰੇ ਪਾਸੇ ਚਰਚਾ ਚੱਲ ਰਹੀ ਹੈ ਪਿਛਲੇ ਲਗਭਗ 1 ਹਫ਼ਤੇ ਤੋਂ। ਤਾਂ ਇਹੀ ਜ਼ਿੰਮੇਵਾਰ ਜਿਹੜੇ ਹੋਣਗੇ ਜੀ। ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ। ਤਾਂ ਇਹ ਸੀ ਭਾਈ ਹਰਜਿੰਦਰ ਸਿੰਘ ਮਾਝੀ, ਜੋ ਕਿ ਸਿੱਖ ਪ੍ਰਚਾਰਕ ਨੇ, ਜੋ ਸਟੇਜਾਂ ਤੇ ਪ੍ਰਚਾਰ ਕਰਦੇ ਨੇ, ਪਿੰਡਾਂ 'ਚ ਜਾਂਦੇ ਨੇ, ਜੋ ਸਿੱਖੀ ਦਾ ਪ੍ਰਚਾਰ ਕਰਦੇ ਨੇ, ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਪ੍ਰਚਾਰ ਕਰ ਰਹੇ ਸੀ, ਦੱਸ ਰਹੇ ਸੀ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ ਦੇ ਪਿੱਛੇ ਉਹਨਾਂ ਦਾ ਹੱਥ ਹੈ। ਇਹਦੇ ਸਾਰੇ ਮਾਮਲੇ ਦੀਆਂ ਪੈੜਾਂ ਸਿਰਸਾ ਮੁਖੀ ਵੱਲ ਨੂੰ ਜਾ ਰਹੀਆਂ। ਸਿਰਸਾ ਮੁਖੀ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਇਹ ਕਹਿੰਦੇ ਇੱਥੇ ਹੀ ਬਸ ਨਹੀਂ ਹੈ, ਇਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੋਣਾ ਨੂੰ ਵੀ ਇਸ ਮਾਮਲੇ 'ਚ ਦੋਸ਼ੀ ਮੰਨਦੇ ਨੇ। ਇਹ ਕਹਿੰਦੇ ਨੇ ਕਿ ਸਰਕਾਰ ਨੂੰ, ਪ੍ਰਸ਼ਾਸਨ ਨੂੰ ਤੇ ਸੈਕਟਰ ਨੂੰ ਜਲਦ ਉਹ ਦੋਸ਼ੀ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।